ਉੱਥੇ ਸਾਡੇ ਆਪਣੇ ਖਿਆਲ ਵੀ ਉਹ 'ਚ ਸ਼ਾਮਲ ਹੋ ਜਾਂਦੇ ਆ, ਸਾਡੇ ਆਪਣੇ ਵਿਚਾਰ ਵੀ ਉਹਦੇ 'ਚ ਸ਼ਾਮਲ ਹੋ ਜਾਂਦੇ ਆ। ਤੇ ਇਸ ਕਰਕੇ ਅਸੀਂ ਮੈਂ ਨੂੰ ਅੱਗੇ ਲਿਆ ਕੇ ਤੇ ਜਿਹੜੀ ਤੂੰ ਦੀ ਗੱਲ ਆ ਉਹਨੂੰ ਭੁੱਲ ਜਾਂਦੇ ਆ। ਜਿਵੇਂ ਬਾਣੀ ਨੂੰ ਸਮਝਦੇ ਆ, ਧਿਆਨ ਰੱਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਦੋਵੇਂ ਪੱਖ ਮਹਾਰਾਜ ਨੇ ਵਰਤਿਆ। ਕਹਿੰਦੇ ਮੇਰੀ ਮੇਰੀ ਕਰਤੇ ਜਨਮ ਗਏ। ਜਿੱਥੇ ਮੇਰੀ ਮੇਰੀ ਆ ਜੂਗੀ ਉੱਥੇ ਜ਼ਿੰਦਗੀ ਦੀ ਤਰਤੀਬ ਵਿਗੜੂਗੀ। ਜਿੱਥੇ ਤੂੰ ਆ ਜੂਗਾ, ਤੂੰ ਕਰਤਾ ਜਗ, ਜਦੋਂ ਤੂੰ ਕਰਤਾ ਵਾਲੀ ਗੱਲ ਅਸੀਂ ਸਮਝਾਂਗੇ ਤੇ ਉੱਥੇ ਵੇਖੋ ਕਿੱਡਾ ਪਿਆਰਾ ਕਬੀਰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਮੇਰੇ ਚੋਂ ਹੂੰ ਮੇਰੀ ਵਾਲੀ ਗੱਲ ਜਿਹੜੀ ਆ ਉਹ ਖਤਮ ਹੋ ਗਈ। ਸੋ ਇਸ ਲਈ ਇਹ ਧਿਆਨ ਵਿੱਚ ਰੱਖੀਏ ਅਸੀਂ ਵੀ ਹੁਕਮੈ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ। ਜੇ ਹੁਕਮ ਨੂੰ ਬੁੱਝ ਲਵੇ ਤਾਂ ਹਉਮੈ ਵਾਲੀ ਜਿਹੜੀ ਬਿਮਾਰੀ ਆ ਜਾਂ ਜਿਹੜਾ ਰੋਗ ਸਾਡੇ 'ਚ ਮੈਂ ਵਾਲਾ ਆ, ਹੰਕਾਰ ਵਾਲਾ ਆ, ਉਹ ਖਤਮ ਹੋ ਜਾਂਦਾ ਆ। ਹੁਣ ਅਸੀਂ ਸੰਖੇਪ ਵਿਚਾਰਾਂਗੇ, ਫਿਰ ਜਿਹੜੇ ਤੁਹਾਡੇ ਸਵਾਲ ਹੋਣਗੇ ਉਹ ਆਪਾਂ ਅਖੀਰ ਤੇ ਉਹਨਾਂ ਤੇ ਚਰਚਾ ਵੀ ਕਰਾਂਗੇ। ਪਹਿਲੇ ਵਾਲੇ ਬੰਨੇ ਹੁਣ ਧਿਆਨ ਦਿਓ। ਹੁਕਮੀ ਹੋਵਨ ਆਕਾਰ, ਇੱਕ ਹੈ ਹੁਕਮ ਕਰਨ ਵਾਲਾ ਤੇ ਇੱਕ ਹੈ ਹੁਕਮ ਕੀਤਾ ਹੋਇਆ। ਹੁਕਮੀ, ਉਸ ਹੁਕਮ ਕਰਨ ਵਾਲੇ ਨੇ ਹੁਕਮੀ ਹੁਕਮ ਦੇ ਵਿੱਚ ਸਾਰਾ ਹੀ ਸੰਸਾਰ ਬਣਾਇਆ ਹੈ। ਸਮੁੱਚਾ ਸੰਸਾਰ ਉਹਦੇ ਹੁਕਮ ਵਿੱਚ ਹੈ। ਪਰ ਇਹ ਗੱਲ ਚੇਤੇ ਰੱਖੋ ਵੀ ਕੋਈ ਬੰਦਾ ਕਵੇ ਵੀ ਮੈਂ ਇਹ ਫੈਸਲਾ ਕਰ ਲਾ ਵੀ ਉਹਦਾ ਅਖੀਰ ਹੁਕਮ ਹੈ ਕੀ ਹੈ, ਤੇ ਗੁਰੂ ਸਾਹਿਬ ਕਹਿੰਦੇ ਇੱਥੇ ਤੂੰ ਫੇਲ ਹੋ ਜਾਣਾ ਹੈ। ਮੇਰੇ ਲਾਲ ਜੀਓ, ਤੇਰਾ ਅੰਤ ਨਾ ਜਾਣਾ, ਅੰਤ ਨਹੀਂ ਪਾਇਆ ਜਾ ਸਕਦਾ। ਜਾਂ ਐਸੇ ਬਾਣੀ 'ਚ ਵੀ ਜਾ ਕੇ ਆਊਗਾ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੇ ਕਿਆ ਮਨ ਮੰਤ। ਤਾਂ ਅਸੀਂ ਕੀ ਕਰਦੇ ਹਾਂ, ਲਗਭਗ ਧਾਰਮਿਕ ਦੁਨੀਆ ਦੇ ਵਿੱਚ ਜਦੋਂ ਬੰਦਾ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਤਾਂ ਅਸੀਂ ਫਿਰ ਉਹਦੇ ਅੰਤ ਪਾਉਣ ਵਾਲੇ ਬੰਨੇ, ਅੰਤਲੇ ਪੱਖ ਨੂੰ ਸਮਝਣ ਦਾ ਯਤਨ ਕਰਦੇ ਹਾਂ ਵੀ ਅਖੀਰ ਕੀ ਹੋਏਗਾ। ਇੱਕ ਚੀਜ਼ ਹੋਰ ਸਾਰੇ ਧਿਆਨ 'ਚ ਰੱਖਿਓ, ਜਿਹੜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਵਿਚਾਰਧਾਰਾ ਆ ਜਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਹੀਂ ਸੱਚੇ ਪਾਤਸ਼ਾਹ ਸਾਨੂੰ ਦੇ ਰਹੇ ਆ, ਇਹਦੇ 'ਚ ਰੱਬ ਦੇ ਅੰਤ ਪਾਉਣ ਨੂੰ ਭਗਤੀ ਦਾ ਹਿੱਸਾ ਨਹੀਂ ਮੰਨਿਆ। ਰੱਬ ਦੀ ਹੁਕਮੀ ਉਸ ਵਿਚਾਰਧਾਰਾ ਨੂੰ ਅਖੀਰ ਸਮਝਣ ਨੂੰ ਭਗਤੀ ਨਹੀਂ ਮੰਨਿਆ ਗੁਰਮਤਿ ਨੇ। ਸਾਰੇ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਵੀ ਤੁਹਾਨੂੰ ਏਦਾਂ ਨਹੀਂ ਮਿਲੂਗਾ ਵੀ ਰੱਬ ਦਾ ਅੰਤ ਪਾਓ ਤੇ ਫਿਰ ਤੁਸੀਂ ਰੱਬ ਦੇ ਭਗਤ ਹੋ ਜਾਓਗੇ। ਸਗੋਂ ਸਾਡੇ ਨਾਲ ਕਈ ਵਾਰ ਵੀਰ ਭੈਣਾਂ ਏਦਾਂ ਦੇ ਸਵਾਲ ਵੀ ਕਰਦੇ ਆ ਵੀ ਵੀਰ ਜੀ ਜੇ 2-4 ਸ਼ਬਦਾਂ 'ਚ ਰੱਬ ਬਾਰੇ ਕਹਿਣਾ ਹੋਵੇ ਤਾਂ ਕਿਵੇਂ ਕਹਿ ਸਕਦੇ ਆ, ਜਾਂ 2-4 ਸ਼ਬਦਾਂ ਵਿੱਚ ਸਾਨੂੰ ਕੋਈ ਹੁਕਮ ਬਾਰੇ ਦੱਸੇ ਤੇ ਕਿਵੇਂ ਦੱਸਿਆ ਜਾ ਸਕਦਾ। ਤੇ ਮੈਂ ਬੜੀ ਵਾਰ ਇਹ ਬੇਨਤੀ ਕਰਦਾ ਹੁੰਦਾ ਵੀ ਸਾਰਾ ਗੁਰੂ ਗ੍ਰੰਥ ਸਾਹਿਬ ਰੱਬ ਦੇ ਹੁਕਮ ਦੀ ਵਿਆਖਿਆ ਕਰਦਾ, ਸਾਰਾ ਗੁਰੂ ਗ੍ਰੰਥ ਸਾਹਿਬ ਰੱਬ ਜੀ ਬਾਰੇ ਗੱਲਾਂ ਕਰਦਾ, ਪਰ ਕਿਤੇ ਵੀ ਗੁਰੂ ਗ੍ਰੰਥ ਸਾਹਿਬ 'ਚ ਇਹ ਫੈਸਲਾ ਨਹੀਂ ਸੱਚੇ ਪਾਤਸ਼ਾਹ ਨੇ ਦਿੱਤਾ ਵੀ ਆਹ ਵੇਖੋ ਇੰਨਾ ਹੀ ਰੱਬ ਹੈ ਵੀ ਇਹ ਮੈਂ ਅੰਤ ਪਾ ਲਿਆ ਹੈ। ਤੋ ਇਹ ਦੌੜ ਜਿਹੜੀ ਸਮਾਜ ਵਿੱਚ ਲੱਗੀ ਹੈ ਵੀ ਅਸੀਂ ਰੱਬ ਦਾ ਅੰਤ ਪਾ ਲਈਏ, ਇਹ ਜਾਂ ਹੁਕਮ ਦਾ ਅੰਤ ਪਾ ਲਈਏ ਜਾਂ ਉਹਦੇ ਹੁਕਮ ਕਰਨ ਵਾਲੇ ਦਾ ਅੰਤ ਪਾ ਲਈਏ, ਇਹ ਅਸਲ 'ਚ ਗਲਤ ਡਾਇਰੈਕਸ਼ਨ ਵਿੱਚ ਸਾਡਾ ਸਫ਼ਰ ਹੋ ਰਿਹਾ ਵਾ। ਇਹ ਏਦਾਂ ਵਾ ਜਿਵੇਂ ਤੁਸੀਂ ਟ੍ਰੇਨ ਵਿੱਚ ਬਹਿ ਕੇ ਦਿੱਲੀ ਜਾ ਰਹੇ ਹੋ, ਪਰ ਜਾਣਾ ਤੁਸੀਂ ਅੰਮ੍ਰਿਤਸਰ ਚਾਹੁੰਦੇ ਸੀ, ਪਰ ਸਫ਼ਰ ਤੁਸੀਂ ਟ੍ਰੇਨ ਦਿੱਲੀ ਵਾਲੀ ਫੜ ਲਈ। ਹੁਣ ਕੀ ਕਰੋਗੇ ਤੁਸੀਂ ਵੀ ਉਸ ਟ੍ਰੇਨ ਵਿੱਚ ਸਫ਼ਰ ਤੁਸੀਂ ਅੰਮ੍ਰਿਤਸਰ ਵੱਲ ਦਾ ਸ਼ੁਰੂ ਕਰ ਦਿਓ ਵੀ ਜਿੱਧਰੋਂ ਟ੍ਰੇਨ ਆ ਰਹੀ ਹੈ ਮੈਂ ਉਸ ਬੰਨੇ ਨੂੰ ਤੁਰਦਾ, ਤੇ ਤੁਰੋ ਜਿੰਨਾ ਮਰਜ਼ੀ ਪਹੁੰਚ, ਤੁਸੀਂ ਉੱਥੇ ਹੀ ਜਾਣਾ ਵਾ ਜਿੱਥੇ ਟ੍ਰੇਨ ਜਾਊਗੀ, ਕਿਉਂਕਿ ਤੁਹਾਡੇ ਤੁਰਨ ਨਾਲ ਅੰਮ੍ਰਿਤਸਰ ਨਹੀਂ ਆਉਣਾ, ਕਿਉਂਕਿ ਜਿਹੜੀ ਟ੍ਰੇਨ ਸਮੁੱਚੀ ਆ ਉਹ ਅੰਮ੍ਰਿਤਸਰ ਨਹੀਂ, ਉਹ ਸਗੋਂ ਦਿੱਲੀ ਨੂੰ ਜਾ ਰਹੀ। ਤਾਂ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਵਿਚਾਰਾਂ ਨੂੰ ਸਮਝਦੇ ਹਾਂ ਜਾਂ ਇਸ ਤਰ੍ਹਾਂ ਬਾਣੀ ਨੂੰ ਸਮਝਦੇ, ਜਿਹੜਾ ਅਸਲੀ ਬਾਣੀ ਦਾ ਪੱਖ ਆ ਵੀ ਗੁਰੂ ਸਾਹਿਬ ਭਗਤੀ ਕਿਹਨੂੰ ਮੰਨਦੇ ਆ, ਗੁਰੂ ਸਾਹਿਬ ਜੀ ਭਗਤ ਹੋਣਾ ਕਿਹਨੂੰ ਕਹਿੰਦੇ ਆ, ਗੁਰੂ ਸਾਹਿਬ ਜੀ ਰੱਬ ਦਾ ਪਿਆਰਾ ਹੋਣਾ ਕਿਹਨੂੰ ਕਹਿੰਦੇ ਆ, ਤੇ ਅਸੀਂ ਇਹਦੀ ਜਗ੍ਹਾ ਤੇ ਇਸ ਬੰਨੇ ਨੂੰ ਦੌੜ ਲਾ ਲੈਂਦੇ ਆ ਵੀ ਉਹਦਾ ਅੰਤ ਕਿਵੇਂ ਪਾਇਆ ਜਾ ਸਕਦਾ, ਤੇ ਫਿਰ ਅਸੀਂ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਹੁੰਦੇ। ਸਫ਼ਰ ਸਾਡਾ ਜਿਹੜਾ ਆ ਅਧੂਰਾ ਰਹਿੰਦਾ ਆ, ਅਸੀਂ ਹੋਰ ਕਿਸੇ ਦਿਸ਼ਾ ਦੇ ਵਹਿਣ ਵਿੱਚ ਬਹਿ ਜਾਂਦੇ। ਸੋ ਖੈਰ ਗੁਰੂ ਸਾਹਿਬ ਜੀ ਕਹਿੰਦੇ ਹੁਕਮੀ ਹੋਵਨ ਆਕਾਰ, ਇਹ ਜਿੰਨਾ ਕੁਝ ਵੀ ਸੰਸਾਰ ਵਿੱਚ ਨਜ਼ਰ ਆ ਰਿਹਾ ਹੁਕਮ ਵਿੱਚ ਹੈ। ਤੁਸੀਂ ਵੇਖੋ ਹਜ਼ਾਰਾਂ ਸਾਲਾਂ ਤੋਂ ਮਿਰਚ ਕੌੜੀ ਹੈ ਤੇ ਕੌੜੀ ਹੈ, ਰੱਬ ਦਾ ਨਿਯਮ ਹੈ। ਹਜ਼ਾਰਾਂ ਸਾਲਾਂ ਤੋਂ ਦਰਖਤ ਛਾਂ ਦੇ ਰਿਹਾ ਤੇ ਦੇ ਰਿਹਾ, ਹਜ਼ਾਰਾਂ ਸਾਲਾਂ ਤੋਂ ਜਿਹੜਾ ਅੰਬ ਆ ਉਹ ਮਿੱਠਾ ਆ ਤੇ ਮਿੱਠਾ ਹੈ, ਹਜ਼ਾਰਾਂ ਸਾਲਾਂ ਤੋਂ
ਜਿਹੜਾ ਕੇਲੇ ਦਾ ਟੇਸਟ ਅੱਜ ਤੋਂ 500 100 200 400 1000 ਸਾਲ ਪਹਿਲਾਂ ਸੀ, ਅੱਜ ਵੀ ਉਹੀ ਹੈ, ਕਿਉਂਕਿ ਰੱਬ ਦਾ ਨਿਯਮ ਇਦਾਂ ਦਾ ਹੈ, ਰੱਬ ਦਾ ਹੁਕਮ ਇਦਾਂ ਦਾ ਹੈ। ਸੋ ਜਿਹੜਾ ਵੀ ਤੁਸੀਂ ਫਲ ਜਾਂ ਜਿਹੜੀ ਵੀ ਤੁਸੀਂ ਸਬਜ਼ੀ ਦਾ ਸਵਾਦ ਚੱਖਦੇ ਹੋ, ਉਹ ਪਹਿਲਾਂ ਵੀ ਇਦਾਂ ਹੀ ਸੀ ਤੇ ਉਹ ਅੱਜ ਵੀ ਇਦਾਂ ਹੈ। ਹਾਂ, ਬਣਾਉਣ ਵਾਲੇ ਤੇ ਡਿਪੈਂਡ ਕਰਦਾ, ਹੋ ਸਕਦਾ ਉਹਦੇ ਸਵਾਦਾਂ 'ਚ ਫਰਕ ਪੈ ਜਾਏ ਥੋੜਾ ਜਿਹਾ, ਪਰ ਜਿਹੜਾ ਉਹਦਾ ਬੇਸਿਕ ਸਿਧਾਂਤ ਜਾਂ ਬੇਸਿਕ ਉਹਦਾ ਟੇਸਟ ਆ, ਉਹ ਪਹਿਲਾਂ ਵੀ ਉਹ ਸੀ ਤੇ ਅੱਜ ਵੀ ਉਹ ਹੀ ਹੈ। ਅੱਛਾ, ਬਦਲਾਵ ਕਿਹਦੇ ਵਿੱਚ? ਉਹ ਮਨੁੱਖ ਵਿੱਚ ਆ। ਇਸ ਲਈ ਰੱਬ ਦਾ ਪੂਰਾ ਨਿਯਮ, ਰੱਬ ਦਾ ਪੂਰਾ ਆਕਾਰ, ਇਹ ਸਾਰਾ ਸਿਸਟਮ ਰੱਬ ਦੀ ਘਾੜਤ ਆ, ਰੱਬ ਜੀ ਦੀ ਰਚਨਾ ਆ। ਤੇ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਹੈ ਉਹਦੇ ਹੁਕਮ ਵਿੱਚ ਹੈ ਪਰ ਅੰਤ ਨਹੀਂ ਹੋ ਸਕਦਾ ਉਹਦਾ। ਅੱਗੇ ਗੁਰੂ ਸਾਹਿਬ ਜੀ ਕਹਿੰਦੇ ਹੁਕਮੀ ਹੋਵਨ ਜੀ, ਜੀਵ ਵੀ ਉਹਦੇ ਹੁਕਮ ਵਿੱਚ ਹੈ, ਉਹਦਾ ਇੱਕ ਵਿਧਾਨ ਆ ਜੀਵ ਦੀ ਉਤਪਤੀ ਦਾ। ਹੁਣ ਗੱਲ ਸਾਡੀ ਚੱਲ ਰਹੀ ਹੈ, ਜੀਵ ਵੀ ਉਹਦੇ ਵਿਧਾਨ, ਉਹਦੇ ਨਿਯਮ ਵਿੱਚ ਹੈ, ਉਹਦੀ ਮਰਿਆਦਾ ਵਿੱਚ ਹੈ। ਹੁਕਮ ਮਿਲੇ ਵਡਿਆਈ। ਹਾਂ, ਫਿਰ ਹੁਣ ਇੱਥੇ ਗੱਲ ਸਮਝਿਓ, ਹੁਕਮ ਦੇ ਪੱਖ ਨੂੰ ਜਦੋਂ ਤੁਸੀਂ ਵੇਖੋਗੇ ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਜਿਹੜਾ ਹੁਕਮ ਵਿੱਚ ਰਹਿੰਦਾ ਆ ਉਸ ਜੀਵ ਨੂੰ ਵਡਿਆਈ ਮਿਲਦੀ ਹੈ, ਨਹੀਂ ਤੇ ਜੀਵ ਤਿਰਸਕਾਰ ਦਾ ਪਾਤਰ ਬਣ ਜਾਂਦਾ ਜੇ ਜੀਵ ਉਹਦੇ ਹੁਕਮ ਵਿੱਚ ਜਨਮ ਲੈ ਕੇ ਤੇ ਆਪਣੀ ਮਰਜ਼ੀ ਕਰਨ ਲੱਗ ਜਾਂਦਾ, ਉੱਥੇ ਉਹਦੇ ਹੁਕਮ ਦਾ ਤਿਆਗ ਕਰ ਦਿੰਦਾ ਹੈ। ਹੁਣ ਇੱਥੇ ਇਹ ਚੀਜ਼ ਧਿਆਨ 'ਚ ਰੱਖਣ ਵਾਲੀ ਕਿ ਜੀਵ ਦਾ ਜਨਮ ਉਹਦੇ ਹੁਕਮ ਵਿੱਚ ਹੋਇਆ, ਬੱਚੇ ਦਾ ਜਨਮ ਹੁਕਮ ਵਿੱਚ ਹੈ, ਪਰ ਸੰਸਕਾਰ ਉਹਨੇ ਕਿਹੜੇ ਗ੍ਰਹਿਣ ਕਰਨੇ ਆ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਝਾਏਗੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਸਾਨੂੰ ਦੱਸੂਗਾ। ਇਹ ਜਪਜੀ ਸਾਹਿਬ 'ਚ ਵੀ ਸਾਨੂੰ ਸਮਝ ਆਉਣਗੀਆਂ ਅੱਗੇ ਜਾ ਕੇ ਗੱਲਾਂ। ਜਨਮ ਹੁਕਮ ਵਿੱਚ ਹੈ, ਪਰ ਅਸੀਂ ਜਨਮ ਤੋਂ ਬਾਅਦ ਹੁਕਮ ਵਿੱਚ ਰਹਿਣਾ ਕਿ ਨਹੀਂ ਰਹਿਣਾ, ਰਹਿ ਰਹੇ ਹਾਂ ਕਿ ਨਹੀਂ ਰਹਿ ਰਹੇ, ਅਸੀਂ ਹੁਕਮ ਵਿੱਚ ਚੱਲ ਰਹੇ ਹਾਂ ਕਿ ਨਹੀਂ ਚੱਲ ਰਹੇ, ਇਹ ਸਾਨੂੰ ਵੇਖਣਾ ਪਊਗਾ। ਇਹ ਫੈਸਲਾ ਨਹੀਂ ਅਸੀਂ ਕਰ ਸਕਦੇ, ਕਿਉਂਕਿ ਅੱਗੇ ਵੇਖ ਲਓ ਆ ਗਿਆ, ਹੁਕਮ ਮਿਲੇ ਵਡਿਆਈ। ਜਿਹੜਾ ਹੁਕਮ ਵਿੱਚ ਰਹੇਗਾ ਉਹ ਵਡਿਆਈ ਦਾ ਪਾਤਰ ਬਣੇਗਾ। ਅੱਗੇ ਆ ਗੁਰੂ ਸਾਹਿਬ ਜੀ ਕਹਿੰਦੇ ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਜਿਵੇਂ ਆਪਾਂ ਪਿੱਛੇ ਗੱਲ ਕਰ ਰਹੇ ਹਾਂ, ਪੈਦਾ ਹੁਕਮ ਵਿੱਚ ਹੋਇਆ, ਵਡਿਆਈ ਦਾ ਪਾਤਰ ਬਣਨਾ ਕਿ ਤਿਰਸਕਾਰ ਦਾ ਪਾਤਰ ਬਣਨਾ ਉਹ ਤੇਰੇ ਹੱਥ ਵਿੱਚ ਹੈ। ਤਦ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ। ਜਾਂ ਜਪਜੀ ਸਾਹਿਬ 'ਚ ਵੀ ਆ ਜਾਏਗਾ ਅੱਗੇ ਜਾ ਕੇ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਪਣੇ ਕੰਮਾਂ ਕਰਕੇ ਕੋਈ ਰੱਬ ਦੇ ਲਾਗੇ ਹੋ ਜਾਂਦਾ ਹੈ ਤੇ ਕੋਈ ਰੱਬ ਦੇ ਦੂਰ ਹੋ ਜਾਂਦਾ ਹੈ। ਵੈਸੇ ਕੋਈ ਮਨੁੱਖ ਰੱਬ ਦੇ ਨੇੜੇ ਜਾਂ ਦੂਰ ਹੋਣ ਦੀ ਗੱਲ ਨਹੀਂ ਕਰ ਸਕਦਾ। ਅਸਲ ਵਿੱਚ ਆਪਣੇ ਕੰਮਾਂ ਨਾਲ ਕੋਈ ਨੇੜੇ ਹੁੰਦਾ ਹੈ ਤੇ ਕੋਈ ਰੱਬ ਜੀ ਦੇ ਦੂਰ ਹੁੰਦਾ ਹੈ। ਠੀਕ ਹੈ ਜੀ। ਹੁਕਮ ਮਿਲਿਆ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ। ਜੇ ਸਾਡੀ ਜ਼ਿੰਦਗੀ 'ਚ ਸੁੱਖ ਹੈ, ਸਾਡੀ ਜ਼ਿੰਦਗੀ 'ਚ ਦੁੱਖ ਹੈ, ਤੇ ਉਹ ਸਾਨੂੰ ਵੇਖਣਾ ਪੈਣਾ ਵੀ ਮੇਰੇ ਆਪਣੇ ਕਰਮਾਂ ਕਰਕੇ ਹੈ। ਰੱਬ ਨੇ ਮੇਰੀ ਜ਼ਿੰਦਗੀ 'ਚ ਦੁੱਖ ਨਹੀਂ ਲਿਖੇ, ਰੱਬ ਨੇ ਮੈਨੂੰ ਦੁਖੀ ਹੋਣ ਵਾਸਤੇ। ਜੇ ਇਹ ਗੱਲ ਅਸੀਂ ਏਦਾਂ ਮੰਨ ਲੈਣੀ ਹੈ ਜਿਵੇਂ ਵੀ ਮੈਨੂੰ ਰੱਬ ਨੇ ਦੁਖੀ ਕੀਤਾ, ਤੇ ਫਿਰ ਰੱਬ ਤੇ ਸਵਾਲ ਖੜੇ ਹੋ ਜਾਣੇ ਆ। ਫਿਰ ਰੱਬ, ਅਸੀਂ ਪ੍ਰਮਾਤਮਾ ਗੋਡ ਨੂੰ ਅਸੀਂ ਕਿਸ ਕੈਟਾਗਰੀ 'ਚ ਖੜਾ ਕਰਾਂਗੇ ਲਿਆਣ ਕੇ? ਕਿਉਂ ਦੁਖੀ ਕਰਦਾ ਹੈ ਲੋਕਾਂ ਨੂੰ ਉਹ? ਤੋ ਫਿਰ ਅਸਲ ਵਿੱਚ ਜਿਹੜੀ ਨਿਰਭਉ ਨਿਰਵੈਰ ਵਾਲੀ ਜਿਹੜੀ ਪਰਿਭਾਸ਼ਾ ਅਸੀਂ ਪਿੱਛੇ ਦੇ ਕੇ ਆਏ, ਉਹ ਟੁੱਟ ਜਾਣੀ ਹੈ ਵੀ ਉਹ ਨਿਰਭਉ ਤੇ ਨਿਰਵੈਰ ਹੈ ਨਹੀਂ, ਉਹ ਤਾਂ ਦੁਖੀ ਕਰਦਾ ਹੈ ਲੋਕਾਂ ਨੂੰ। ਕਿੰਨੇ ਸਮਾਜ ਦੇ ਲੋਕ ਦੁਖੀ ਨੇ ਉਹਦੇ ਕਰਕੇ। ਤਾਂ ਬਹੁਤਾ ਸੰਸਾਰ ਦਾ ਹਿੱਸਾ ਏਦਾਂ ਮੰਨਦਾ ਵਾ। ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਇਹੀ ਤੇ ਅਸਲ 'ਚ ਸੁਭਾਅ ਨੂੰ ਬਦਲਣ ਦੀ ਲੋੜ, ਇਹੀ ਤੇ ਸਮਾਜ ਵਿੱਚ ਨਵੀਂ ਚੀਜ਼ ਗੁਰੂ ਸਾਹਿਬ ਜੀ ਪੈਦਾ ਕਰਕੇ ਗਏ ਆ। ਨਹੀਂ ਤੇ ਕਹਿ ਰਹੇ ਸੀ ਲੋਕ ਵੀ ਸਦੀਆਂ ਤੋਂ ਇਹ ਤਾਂ ਏਦਾਂ ਹੀ ਚੱਲਦਾ ਹੈ ਜੀ, ਇਹ ਤਾਂ ਗੁਲਾਮੀ ਐਂ ਹੀ ਰਹਿਣੀ ਹੈ ਜੀ, ਇਹ ਤਾਂ ਸਾਡੀਆਂ ਕਿਸਮਤਾਂ ਵਿੱਚ ਐਂ ਹੀ ਲਿਖਿਆ ਆ। ਅਸੀਂ ਕਿੰਨੀ ਵਾਰ ਇਤਿਹਾਸ ਦੇ ਵਾਕਿਆ ਜਦੋਂ ਦੁਹਰਾਉਂਦੇ ਆ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜੀਵਨ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਕਿੰਨੀਆਂ ਪਿਆਰੀਆਂ ਗੱਲਾਂ ਉੱਥੇ ਮਿਲਦੀਆਂ ਵੀ ਦਇਆ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਤੇ ਦਇਆ ਸਿੰਘ ਜੀ ਕਹਿੰਦੇ ਆ ਵੀ ਗੁਰੂ ਸਾਹਿਬ ਜੀ, ਕਾਮ ਹਮਾਰਾ ਤੋਲਣ ਤੱਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾਊਂ, ਮੁਗਲੋਂ ਸੇ ਕੈਸੇ ਲੜ ਪਾਊਂ। ਮੈਂ ਕਿੱਦਾਂ ਲੜ ਸਕਦਾ ਆ? ਤੁਸੀਂ ਕਹਿੰਦੇ ਹੋ ਤੁਹਾਨੂੰ ਲੜਨਾ ਪਊਗਾ, ਤੁਹਾਨੂੰ ਆਪਣੇ ਹੱਕਾਂ ਦੀ ਰਾਖੀ ਕਰਨੀ ਪਊਗੀ, ਤੁਹਾਨੂੰ ਜ਼ਾਲਮ ਬੰਦਿਆਂ ਨੂੰ ਵਗਾਰਨਾ ਪਊਗਾ। ਨਹੀਂ ਲੜ ਸਕਦਾ ਸੱਚੇ ਪਾਤਸ਼ਾਹ ਜੀ, ਮੇਰੇ 'ਚ ਨਹੀਂ ਹਿੰਮਤ ਹੈਗੀ, ਕਿਉਂਕਿ ਮੇਰਾ ਕੰਮ ਤੇ ਤੱਕੜੀ ਤੋਲਣਾ ਆ। ਤੁਸੀਂ ਅੱਜ ਵੀ ਵੇਖੋ
समाज नूं ध्यान नाल अज दे दौर विच भी ध्यान नाल गौर करके वेखो, अज भी समाज दा हर हिस्सा कहंदा मेरे कीतियां ये नहीं होना क्योंकि मैं ते इहो ही करन जोगा वां। नहीं, ये गलत है गल। असीं अज भी समाज दी धारना इहो ही है, बदली थोड़ी है। उत्थे दे उत्थे ही खड़े ने। जे राजनीतिक लोग धक्का करदे आ ते आम लोग कहंदे आ वेखो जी करना ही है, फिर की करिए हुण असीं, तां ही चलूगा। जिन्ना मर्जी तुसीं मत्था मारीए, जिन्ना मर्जी समझण दा यतन करिए, जिन्ना मर्जी असीं उहनूं जानण घोखण दा यतन करिए, ते फिर अखीर ते इत्थे भी बस कर्मां दे सौदे आ जी, कर्मां दी खेड है, तां हुण जो लिखिआ भोगਣਾ ही पैਣਾ है। ਇਹ ਗੱਲਾਂ अच्छा तुसीं वेखो दुनियावी लैवल ते इदां नहीं बंदा करदा, दुनियावी पक्ष तो नहीं इदां बंदा सोचदा, दुनियावी पक्ष तो होर ढंग नाल सोचदा है। उत्थे सोचदा है मेहनत करांगे, 4 पैसे कमावांगे, फिर सौखे होवांगे। पर धर्म की दुनिया च बंदा कहता भी ऐ ही होऊगा। ਇਹਦਾ मतलब यह आ भी असल विच सानू धर्म की परिभाषा जां सानू जिहड़ी धर्म की डेफिनेशन आ वो ठीक नहीं समझाई गई, सही अर्थां च सानू नहीं दसी गई। तो गुरु साहब जी जिक्र करते हैं भी जिहड़ा दुख सुख आ ਉਹਦੇ हुक्म विच है, पर फैसला तेरा आ भी तू दुख के सुख केड़ा केड़ा राह चुनना आ। गुरु साहब जी ने वेखो शब्द वेख्यो, बिख अमृत करतार उपाय, जहर ते अमृत करतार ने पैदा किया। इस संसार विच दोवें चीज़ां ने, बिख अमृत करतार उपाय। संसार बिरख को दोए फल लाए, दोवें फल संसार बिरख नूं गुरु साहब जी ने लाए। हुण चोण साडी है भी तुसीं जहर चुनना वा कि अमृत चुनना वा। यह फैसला ध्यान नाल करियो, फैसला साडा होऊगा। रिश्वत लैनी है कि नहीं लैनी, हैगी है रिश्वत लैण वाले देण वाले बहुत ने, लैनी है कि नहीं लैनी फैसला साडा है। झूठ बोलना या नहीं बोलना फैसला साडा है, बेईमानी करनी है नहीं करनी साडा फैसला है। और जिहो जिहा करांगे उहदे रिजल्ट आउणगे। वो फैसला जिहड़ा फैसला असीं कर लांगे ना, तां ही गुरु साहब जी बाणी च कहंदे आ ना भी जिहा बीजै सो लुणै, जो बीजेगा वो वड्डेगा। कर्मा संदड़ा खेत होर सौखा वेखो, खेत शरीर जो बीजिया सुवंत खलोया है। गुरु साहब जी कहते खेत शरीर विच जो बीजिया है उही प्रगट होना, वखरी चीज प्रगट ही नहीं होनी। तो ये चीज़ां साडे जेहन विच जिहड़ियां वा वो सानूं समझण दी लोड़ आ। दुख ते सुख उहदे हुक्म विच आ, पर फैसला तेरा वा, मर्जी तेरी है। हुण वेखो हुक्म नूं ध्यान नाल गौर नाल हुक्म नूं समझिओ। गुरु साहब जी फिर कहंदे एक ना हुक्मी बख्शीश, उसे लड़ी च ही रहिओ। एक हुक्म दी गल नूं समझ के जिहड़े हुक्म विच आ गए बख्शिश दा पात्र बन गए। एक ना हुक्मी बख्शीश, एक हुक्मी सदा भवाई है। ये उहदा हुक्म है, जिहड़े हुक्म विच नहीं आउणगे वो परेशान होणगे, भवाई है, मुश्किल विच पैणगे, मुसीबत बनूगी उन्हां दे सामने। तो साडे सामने गुरु साहब जी ने फैसला करके देना वा, सिद्धांत सच सामने रखना वा। चोण असी करनी है ते चोण दे हिसाब नाल उहदे रिजल्ट आउणगे। पढ़ोगे ते असी सक्सैस होवांगे, उहदे विच नहीं पढ़ांगे ते असी फेल हो जांगे। तो इस तरह धर्म की दुनिया में भी सानू धर्म के सिस्टम नूं, धर्म के निजमावली नूं समझण दी लोड़ आ। असी धर्म का मतलब जिवें पिछे भी आपां भी असी धर्म का मतलब कर लिया भी किसी खास थां ते जाके इशनान करो तो मनुख धर्मी बन जाता है। कोई 2-4 दिन लई रोटी छड्ड दो, प्रशादा छड्ड दो तो मनुख धर्मी बन जाता वा। नंगे पैरी सफर कर लो, मनुख धर्मी बन जाता है। असी ये परिभाषावां निर्धारित करतियां धर्म की दुनिया में। गुरु साहिबान ने कहा भी नहीं, इदां नहीं है। ਉਹਦੇ ਸਮੁੱਚੇ ਨਿਯਮ ਨੂੰ, ਉਹਦੇ ਸਮੁੱਚਤਾ ਨੂੰ, ਪੂਰੇ ਰੱਬ ਦੇ ਨਿਯਮ ਨੂੰ ਸਮਝਣ ਦੀ ਲੋੜ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਆ ਜਿਹੜੇ ਸਮਝ ਲੈਂਦੇ ਆ ਬਖਸ਼ਿਸ਼ ਦੇ ਪਾਤਰ ਬਣਦੇ ਆ, ਜਿਹੜੇ ਨਹੀਂ ਸਮਝਦੇ ਭਵਾਈ, ਉਹਨਾਂ ਦੇ ਸਾਹਮਣੇ ਮੁਸ਼ਕਲਾਂ ਖੜੀਆਂ ਰਹਿੰਦੀਆਂ। ਫਿਰ ਗੁਰੂ ਸਾਹਿਬ ਜੀ ਹੁਣ ਵੇਖਿਓ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਹੁਣ ਸਮਝੋ ਪਿਛਲੀ ਗੱਲ ਸਾਰੀ ਨੂੰ ਜੋੜ ਕੇ ਵੇਖੋ। ਹੁਕਮ ਹੈ ਅੰਦਰ ਸਭ ਕੋ, ਕਿਹੜਾ ਹੁਕਮ ਵਿੱਚ ਹੈ ਤੇ ਕਿੱਦਾਂ ਹੁਕਮ ਵਿੱਚ ਹੈ। ਜਿਹੜਾ ਭਵਾਈ ਹੈ ਉਹ ਵੀ ਹੁਕਮ ਵਿੱਚ ਹੈ, ਕਿਉਂਕਿ ਜਿਹੜਾ ਮਰਜ਼ੀ ਕਰੂਗਾ ਉਹਦੇ ਲਈ ਹੁਕਮ ਹੀ ਹੈ ਵੀ ਉਹ ਭਵਾਇਆ ਜਾਊਗਾ, ਉਹ ਮੁਸ਼ਕਲ ਵਿੱਚ ਪਾਊਗਾ। ਜਿਹਦੀ ਜ਼ਿੰਦਗੀ 'ਚ ਦੁੱਖ ਹੈ
ਉਹਦਾ ਕੁਦਰਤ ਦਾ ਨਿਯਮ ਹੀ ਇਹ ਹੈ ਵੀ ਜਿਹਨੇ ਹੁਕਮ ਨੂੰ ਨਹੀਂ ਸਮਝਿਆ, ਉਹਦਾ ਰੂਲ, ਉਹਦੀ ਜਿਹੜੀ ਵਿਚਾਰਧਾਰਾ ਹੈ, ਉਹਦਾ ਨਿਯਮ ਇਹ ਕਹਿੰਦਾ ਵਾ ਵੀ ਉਹਨੂੰ ਦੁੱਖ ਦਾ ਸਾਹਮਣਾ ਕਰਨਾ ਹੀ ਪੈਣਾ ਹੈ, ਜਿਹਨੇ ਉਹਦੇ ਹੁਕਮਾਂ ਨੂੰ, ਉਹਦੇ ਨਿਯਮਾਂ ਨੂੰ ਨਹੀਂ ਸਮਝਿਆ। ਤੇ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਹੁਕਮ ਹੈ ਜੇ ਬੁੱਝੇ, ਜੇ ਅਸੀਂ ਹੁਕਮ ਨੂੰ ਬੁੱਝ ਲਈਏ ਤਾਂ ਹੋਮੇ ਕਹੇ ਨਾ ਕੋਏ, ਫਿਰ ਸਾਡੇ ਅੰਦਰੋਂ ਹਉ ਹੋਮੇ ਵਾਲੀ ਗੱਲ, ਮੈਂ ਮੇਰੀ ਵਾਲੀ ਗੱਲ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ। ਠੀਕ ਹੈ ਜੀ। ਸਵਾਲ ਆਪਾਂ ਅਗਲੀ ਪੌੜੀ ਤੋਂ ਬਾਅਦ ਚ ਮੈਨੂੰ ਲੱਗਦਾ ਲਵਾਂਗੇ। ਜੇ ਗੌਰਵ ਵੀਰ ਗੱਲ ਸੁਣ ਰਿਹਾ ਮੇਰੀ ਤੇ ਮੈਨੂੰ ਦੱਸਿਓ ਵੀ ਆਪਾਂ। ਹਾਂਜੀ ਗੌਰਵ ਵੀਰ, ਲਾਸਟ ਵਿੱਚ ਲੈਣੇ ਆ, ਠੀਕ ਹੈ ਨਾ? ਓਕੇ, ਆਵਾਜ਼ ਆ ਰਹੀ ਹੈ ਜੀ? ਮੈਂ ਆ ਰਹੀ ਜੀ, ਆ ਰਹੀ ਹੈ। ਹੈਲੋ, ਹਾਂਜੀ ਹਾਂਜੀ ਆ ਰਹੀ ਗੌਰਵ ਵੀਰ, ਆ ਰਹੀ। ਮੈਂ ਬਸ ਇਹਦੇ ਵਿੱਚ ਇੱਕ ਐਡ ਕਰਨੀ ਹੈ ਛੋਟੀ ਜਿਹੀ ਗੱਲ। ਇਹ ਪਿਛਲੀ ਵਾਰੀ ਮੈਨੂੰ ਕਲਾਸ ਤੋਂ ਹਰ ਕਿਸੇ ਨੇ ਸਵਾਲ ਕੀਤਾ ਸੀ ਕਿ ਜੇ ਸੁੱਖ ਜਾਂ ਦੁੱਖ ਹੈ ਤਾਂ ਆਪਾਂ ਹੁਕਮ, ਜਿਹੜਾ ਸਾਡੇ ਨਾਲ ਦੁੱਖ ਹੈ, ਉਹ ਦੁੱਖ ਨੂੰ ਹੁਕਮ ਵਾਂਗੂ ਮੰਨ ਲਈਏ ਤਾਂ ਸੀਗਾ ਕਿ ਮਤਲਬ ਮੈਨੂੰ ਜੋ ਜਵਾਬ ਸਹੀ ਲੱਗਿਆ ਤਾਂ ਤੁਸੀਂ ਦੱਸੋ ਜੇ ਗੱਲ ਏਦਾਂ ਹੀ ਹੈ ਕਿ ਅਸਲ ਚ ਸਾਨੂੰ ਦੁੱਖ ਫੀਲ ਹੋ ਰਿਹਾ, ਪਰ ਦੁੱਖ ਅਸਲ ਤੋਂ ਦੁੱਖ ਨਹੀਂ ਹੈ। ਜਿਵੇਂ ਪਰਮਾਤਮਾ ਅਗੇ ਆਪਾਂ ਗੁਰਬਾਣੀ ਚ ਪੜ੍ਹਦੇ ਆ ਕਿ ਤੁਮ ਕਰੋ ਭਲਾ ਹਮ ਭਲੋ ਨਾ ਜਾਣੋ, ਕਿ ਅਸਲ ਚ ਦੁਨਿਆਵੀ ਕੰਮਾਂ ਦੇ ਵਿੱਚ ਭਾਵੇਂ ਉਹ ਦੁੱਖ ਲੱਗ ਰਿਹਾ ਹੋਵੇ, ਜਿਵੇਂ ਅਸੀਂ ਕਹਿੰਦੇ ਕਿ ਚਲੋ ਦੁੱਖ ਨੂੰ ਮੰਨ ਲਓ ਕਿ ਹੋ ਗਿਆ, ਪਰ ਅਸਲ ਚ ਦੁੱਖ ਨਹੀਂ ਹੈ, ਉਹ ਸਾਡੇ ਨਾਲ ਹੋ ਰਿਹਾ। ਯਾਨੀ ਮੰਨ ਲਓ ਜੋ ਅਸੀਂ ਆਪ ਆਪਣੇ ਐਕਸ਼ਨ ਨਾਲ ਕਰਦੇ ਹਾਂ ਵੱਖਰੀ ਹੈ, ਪਰ ਜੋ ਕੁਦਰਤੀ ਤੌਰ ਤੇ ਕੋਈ ਪੇਨ ਤਕਲੀਫ ਹੈ ਉਹਨੂੰ ਕਿਵੇਂ ਲੈਣਾ ਚਾਹੀਦਾ? ਹਾਂ ਨਹੀਂ, ਉਹਦੇ ਚ ਦੋ ਚੀਜ਼ਾਂ ਹੋ ਗਈਆਂ ਨਾ, ਦੋ ਚੀਜ਼ਾਂ ਹੋ ਗਈਆਂ। ਹੁਣ ਧਿਆਨ ਨਾਲ ਵੇਖੋ ਸਾਰੇ। ਇੱਕ ਤਾਂ ਇਹ ਆ ਵੀ ਮੇਰੀ ਆਵਾਜ਼ ਡਬਲ ਹੋ ਰਹੀ ਹੈ। ਸ਼ਾਇਦ ਗੌਰਵ ਵੀਰ ਦਾ ਚਾਲੂ ਹੋਣਾ। ਹਾਂ ਗੌਰਵ ਵੀਰੇ, ਆਪਣਾ ਮਾਈਕ ਬੰਦ ਕਰੋ। ਮੈਂ ਮਾਈਕ ਕਰ ਰਿਹਾ ਹਾਂ। ਹੈਲੋ, ਹਾਂ ਹਾਂਜੀ ਮਾਈਕ ਆਫ। ਹਾਂਜੀ ਵੀਰ ਜੀ ਬੋਲੋ। ਹਾਂਜੀ, ਉਹਦੇ ਚ ਦੋ ਗੱਲਾਂ ਹੋ ਗਈਆਂ। ਹੁਣ ਅਸਲ ਚ ਦੋ ਚੀਜ਼ਾਂ ਕਹਿਤੀਆਂ ਤੁਸੀਂ। ਜਿਹੜੀ ਤੁਹਾਡੀ ਡਿਸਕਸ਼ਨ ਹੋਈ ਨਾ ਜਿਹੜੀ, ਉਹ ਇਹ ਹੋ ਗਈ ਵੀ ਇੱਕ ਤੇ ਆ ਵੀ ਗੁਰੂ ਸਾਹਿਬ ਤਤੀ ਤਵੀ ਤੇ ਬੈਠਿਆ ਨੂੰ ਦੁੱਖ ਮੰਨਣ ਕਿ ਸੁੱਖ ਮੰਨਣ। ਇੱਕ ਆ ਇਹ ਗੱਲ, ਇੱਕ ਗੱਲ ਆ ਵੀ ਮਨੁੱਖ ਆਪਣੇ ਕੀਤੇ ਕਰਮਾਂ ਕਰਕੇ ਪਰੇਸ਼ਾਨ ਹੋ ਰਿਹਾ ਵਾ ਤੇ ਕਹਿ ਰਿਹਾ ਵਾ ਵੀ ਰੱਬ ਦਾ ਇਹ ਹੁਕਮ ਹੈ। ਉਹ ਦੋਵੇਂ ਚੀਜ਼ਾਂ ਜੇ ਮਿਕਸ ਹੋਣਗੀਆਂ ਤਾਂ ਫਿਰ ਗੁਰਬਾਣੀ ਦਾ ਸਿਧਾਂਤ ਟੁੱਟੂਗਾ। ਧਿਆਨ ਨਾਲ ਸਮਝੋ ਇਹ ਗੱਲ, ਕਿਉਂਕਿ ਇੱਕ ਹੈ ਵੀ ਅਸੀਂ ਸੱਚ ਦੇ ਰਾਹ ਤੇ ਤੁਰਨਾ ਵਾ, ਹਾਲਾਤ ਜਿਹੜੇ ਮਰਜ਼ੀ ਹੋਣ ਅਸੀਂ ਰੱਬੀ ਹੁਕਮ ਮੰਨਣਾ ਆ ਉਹਨੂੰ। ਰੱਬ ਦੀ ਰਜ਼ਾ, ਸਾਹਿਬਜ਼ਾਦਿਆਂ ਦਾ ਨੀਹਾਂ 'ਚ ਚਿਣਿਆ ਜਾਣਾ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਹੋਣੀ, ਤਤੀ ਤਵੀ ਤੇ ਬਹਿਣਾ, ਬੰਦਾ ਸਿੰਘ ਬਹਾਦਰ ਦੇ ਬੱਚੇ ਦਾ ਕਲੇਜਾ ਕਢਾਉਣਾ, ਇਹ ਹੁਕਮ ਹੈ। ਇਹ ਸੱਚ ਦੇ ਰਾਹ ਤੇ ਚੱਲਦਿਆਂ ਇਹ ਹੋਣਾ ਸੀ ਸਾਰਾ ਕੁਝ। ਸਾਡੇ ਗੁਰੂ ਸਾਹਿਬਾਨਾਂ ਨੇ, ਸਾਡੇ ਵਡੇਰਿਆਂ ਨੇ, ਸਾਡੀਆਂ ਬਜ਼ੁਰਗ ਮਾਤਾਵਾਂ ਨੇ, ਸਾਡੇ ਬੱਚਿਆਂ ਨੇ ਇਹ ਮੰਨਿਆ। ਪਰ ਦੂਜੇ ਬੰਨੇ ਇੱਕ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਪੌੜੀ ਵਿੱਚ, ਉਹਨੂੰ ਇਸ ਤਰ੍ਹਾਂ ਨਾਲ ਵੀ ਸਮਝਣ ਦਾ ਯਤਨ ਆਪਾਂ ਕਰੀਏ ਵੀ ਅਸਲ ਵਿੱਚ ਕੀ ਆ। ਧਰਮ ਦੀ ਦੁਨੀਆ ਵਿੱਚ ਜਿਹੜੇ ਫੇਲੀਅਰ ਬੰਦੇ ਆ ਉਹ ਇਹ ਕਹਿ ਰਹੇ ਆ ਵੀ ਰੱਬ ਦਾ ਇਹ ਹੁਕਮ ਹੈ ਵੀ ਅਸੀਂ ਫੇਲੀਅਰ ਹੀ ਰਹਿਣਾ ਸੀਗਾ। ਉਹ ਜਦੋਂ ਰਲਗੱਡ ਹੋਣਗੀਆਂ, ਚੀਜ਼ਾਂ ਮਿਕਸ ਹੋਣਗੀਆਂ ਤੇ ਫਿਰ ਨੁਕਸਾਨ ਹੋਊਗਾ। ਇਹਨਾਂ ਦੋਵਾਂ ਚੀਜ਼ਾਂ ਨੂੰ ਅਲੱਗ-ਅਲੱਗ ਰੱਖ ਕੇ ਵੇਖੀਏ। ਜਦੋਂ ਅਸੀਂ ਧਰਮ ਦੀ ਦੁਨੀਆ ਵਿੱਚ ਵਿਚਰਨਾ ਆ, ਫਿਰ ਠੀਕ ਤੇ ਗਲਤ ਦਾ ਫੈਸਲਾ ਕਰਨਾ, ਅਸੀਂ ਠੀਕ ਦੇ ਸਪੋਰਟਰ ਹੋਣਾ ਵਾ, ਅਸੀਂ ਗਲਤ ਦੇ ਵਿਰੋਧ ਵਿੱਚ ਜਾਣਾ ਆ। ਬੇਸ਼ੱਕ ਉਹਦੀ ਸਜ਼ਾ ਕਿੱਡੀ ਵੀ ਵੱਡੀ ਕਿਉਂ ਨਾ ਹੋਵੇ, ਬੇਸ਼ੱਕ ਹਾਲਾਤ ਕਿਹੋ ਜਿਹੇ ਵੀ ਹੋਣ, ਅਸੀਂ ਰੱਬ ਦੀ ਰਜ਼ਾ ਵਿੱਚ ਰਹਿਣਾ ਆ। ਔਰ ਉਸ ਦੁੱਖ ਨੂੰ ਸੁੱਖ ਕਰਕੇ, ਬਾਣੀ 'ਚ ਬਹੁਤ ਥਾਵਾਂ ਤੇ ਗੁਰੂ ਸਾਹਿਬ ਜੀ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ। ਜਦੋਂ ਤੁਸੀਂ ਇਹੋ ਜਿਹੇ ਦੁੱਖ ਨੂੰ ਦੁੱਖ ਨਹੀਂ ਮੰਨਦੇ, ਫਿਰ ਤੁਸੀਂ ਸਮੇਂ ਦੇ ਹਾਲਾਤਾਂ ਨੂੰ ਬਦਲਣ ਦੀ ਹਿੰਮਤ ਰੱਖਦੇ ਆ, ਫਿਰ ਤੁਸੀਂ ਸਮੇਂ ਦੀ ਸਿਚੁਏਸ਼ਨ ਨੂੰ ਚੇਂਜ ਕਰ ਦਿੰਦੇ ਆ। ਗੁਰੂ ਸਾਹਿਬ ਜੀ ਨੇ ਤਾਂ ਹੀ ਕੀਤਾ। ਜੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਜਾਣਾ, ਗੁਰੂ ਸਾਹਿਬ ਜੀ ਦੁੱਖ ਮੰਨ ਲੈਂਦੇ। ਜੇ ਤਤੀ ਤਵੀ ਤੇ ਦੁੱਖ, ਇਹ ਦੋ ਕਨਸੈਪਟ ਨੇ। ਜਿਹੜਾ ਪ੍ਰਕਰਨ ਉੱਥੇ ਚੱਲ ਰਿਹਾ ਵਾ ਉਹ ਇਹ ਚੱਲ ਰਿਹਾ ਵਾ ਵੀ ਜੇ ਅਸੀਂ ਰੱਬ ਦੇ ਨਿਯਮ ਨੂੰ ਨਹੀਂ ਸਮਝਦੇ ਤਾਂ ਅਸੀਂ ਦੁਖੀ ਹੋਵਾਂਗੇ ਮਤਲਬ ਖੁਆਰ ਹੋਵਾਂਗੇ, ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ। ਉਹ ਮੁਸ਼ਕਲਾਂ ਦਾ ਸਾਹਮਣਾ ਏਦਾਂ ਦਾ ਵਾ ਵੀ ਜਿਵੇਂ ਗੱਡੀ ਦੀ ਸਪੀਡ ਲਿਮਿਟ ਹੈ 100 ਤੇ ਅਸੀਂ ਗੱਡੀ 120 ਤੇ ਚਲਾ ਰਹੇ ਹਾਂ। ਹੁਣ ਚਲਾਨ ਨੂੰ ਹੁਕਮ ਮੰਨੀਏ,
ਜੇ ਚਲਾਨ ਨੂੰ ਹੁਕਮ ਮੰਨਾਂਗੇ ਫਿਰ ਤਾਂ ਬਹੁਤ ਨੁਕਸਾਨ ਹੋਗਾ। ਰੈੱਡ ਲਾਈਟ ਹੈ, ਅਸੀਂ ਰੈੱਡ ਲਾਈਟ ਤੇ ਰੁਕਣਾ ਸੀ, ਉਹਨੂੰ ਕ੍ਰਾਸ ਨਹੀਂ ਸੀ ਕਰਨਾ, ਅਸੀਂ ਨਹੀਂ ਕ੍ਰਾਸ ਕੀਤੀ, ਸਾਨੂੰ ਫਾਈਨ ਪੈ ਗਿਆ 5-7 ਹਜ਼ਾਰ ਦਾ। ਤੇ ਹੈ ਤੇ ਦੁੱਖ ਹੈ, ਪਰ ਅਸੀਂ ਕਹੀਏ ਵੀ ਕੋਈ ਨਹੀਂ, ਹੁਣ ਰੱਬ ਦਾ ਹੁਕਮ ਹੈ। ਇਦਾਂ ਨਹੀਂ ਹੈ। ਹੁਣ ਇਹ ਦੋਵੇਂ ਚੀਜ਼ਾਂ ਨੂੰ ਬੜੇ ਧਿਆਨ ਨਾਲ ਸਮਝਿਓ। ਤੇ ਜਿਹੜੇ ਵੀਰ ਨੇ ਚਰਚਾ ਕੀਤੀ ਸੀ, ਜੇ ਕੋਸ਼ਿਸ਼ ਕਰਿਓ ਆਪਾਂ ਐਂਡ ਤੇ ਉਹਦਾ ਸਵਾਲ ਵੀ ਲੈ ਲਾਂਗੇ। ਤੇ ਗੌਰਵ ਵੀਰੇ ਨੇ ਵੀ ਜਿਹੜੀ ਗੱਲ ਕੀਤੀ ਸੀ ਆਪਾਂ ਉਹਦਾ ਵੀ ਥੋੜਾ ਜਿਹਾ ਜ਼ਿਕਰ ਕੀਤਾ ਹੈ। ਤੇ ਮੈਨੂੰ ਲੱਗਦਾ ਵੀ ਆਪਾਂ ਅਗਲੀ ਪੌੜੀ ਵਿਚਾਰਦੇ ਆ, ਫਿਰ ਆਪਾਂ ਇਸ ਟੌਪਿਕ ਤੇ ਵੀ ਗੱਲ ਜਿਹੜੀ ਆ ਉਹ ਕਰਾਂਗੇ। ਮੈਂ ਪਹਿਲੇ ਦਿਨ ਹੀ ਕਿਹਾ ਸੀ ਵੀ ਹੋ ਸਕਦਾ ਅਸੀਂ ਬਾਣੀ ਨੂੰ 38 ਦਿਨਾਂ 'ਚ ਵਿਚਾਰ ਲਈਏ, ਕਿਉਂਕਿ 38 ਪੌੜੀਆਂ ਨੇ 40 ਦਿਨ ਲੱਗ ਸਕਦੇ ਆ, 45 ਦਿਨ ਲੱਗ ਸਕਦੇ ਆ। ਤਾਂ ਹੋ ਸਕਦਾ ਸਾਨੂੰ ਇੱਕ ਪੌੜੀ ਤੇ 5-7-10 ਦਿਨ ਵੀ ਲਾਉਣੇ ਪੈਣ, ਕਿਉਂਕਿ ਇਹ ਗੱਲ ਸਮਝਣ ਵਾਲੀ ਆ। ਅਸੀਂ ਕੋਈ ਏਦਾਂ ਫਾਰਮੈਲਿਟੀ ਨਹੀਂ ਕਰ ਰਹੇ ਵੀ ਅਸੀਂ ਇੱਕ ਯਤਨ ਕੀਤਾ ਆ, ਬਹੁਤ ਸਾਰੇ ਵੀਰ ਭੈਣਾਂ ਇਕੱਠੇ ਹੋਏ ਤੇ ਆਪਾਂ ਇੱਕ ਰਸਮ ਨਿਭਾਤੀ ਵੀ ਅਸੀਂ ਜਪਜੀ ਸਾਹਿਬ ਦੇ ਅਰਥ ਕਰਦੇ ਆ ਤੇ ਅਸੀਂ ਸਾਰਿਆਂ ਨੂੰ ਦੱਸਦਾ। ਏਦਾਂ ਨਹੀਂ ਹੈ। ਅਸੀਂ ਇੱਕ ਪੀੜਾ ਵਿੱਚੋਂ, ਇੱਕ ਦਰਦ ਵਿੱਚੋਂ, ਇੱਕ ਫੀਲਿੰਗ ਵਿੱਚੋਂ ਇਹ ਕਲਾਸ ਆਰੰਭ ਕੀਤੀ ਹੈ ਕਿ ਸਾਨੂੰ ਆਪਣੇ ਗੁਰੂ ਦੀ ਬਾਣੀ ਸਮਝ ਲੱਗਣੀ ਚਾਹੀਦੀ ਹੈ। ਤੇ ਉਹ ਲੱਗਣੀ ਚਾਹੀਦੀ ਹੈ, ਉਹਦੇ ਲਈ ਟਾਈਮ ਲੱਗੇ, ਉਹਦੇ ਲਈ ਵਕਤ ਲੱਗੇ, ਉਹ ਅਲੱਗ ਗੱਲ ਆ। ਤੇ ਆਪਾਂ ਹਾਜ਼ਰ ਰਵਾਂਗੇ ਹਮੇਸ਼ਾ ਹਰ ਤਰ੍ਹਾਂ ਨਾਲ, ਸੁਹਿਰਦਤਾ ਨਾਲ ਔਰ ਪੋਜ਼ਿਟਿਵਿਟੀ ਦੇ ਨਾਲ। ਜਿਹੜੇ ਵੀ ਜਿਸ ਤਰ੍ਹਾਂ ਦੇ ਸਵਾਲ ਵੀਰਾਂ ਦੇ ਹੋਣਗੇ ਵਿਚਾਰੇ ਜਾ ਸਕਦੇ ਆ, ਸਮਝੇ ਜਾ ਸਕਦੇ। ਔਰ ਮੈਂ ਪਹਿਲੇ ਦਿਨ ਕਿਹਾ ਸੀ ਮੈਂ ਸਿਖਾਉਣ ਵਾਲਾ ਨਹੀਂ ਆ। ਇਹ ਠੀਕ ਆ, ਤੁਸੀਂ ਸਾਰੇ ਮੇਰੀ ਡਿਊਟੀ ਲਾ ਦਿੰਦੇ ਹੋ ਤੇ ਮੈਂ ਜਪਜੀ ਸਾਹਿਬ ਤੇ ਪੌੜੀ ਤੇ 2-4 10 ਮਿੰਟ 15 ਮਿੰਟ ਬੋਲਦਾ, ਪਰ ਮੈਂ ਸਿਖਾਉਣ ਵਾਲਾ ਨਹੀਂ। ਆਪਾਂ ਸਾਰੇ ਹੀ ਸਿੱਖਣ ਵਾਲੇ ਆ, ਸਿੱਖਿਆਰਥੀ ਆ ਆਪਾਂ। ਬਹੁਤ ਕੁਝ ਮੇਰੇ ਲਈ ਨਵਾਂ ਸਿੱਖਣ ਵਾਸਤੇ ਹੋਊਗਾ। ਔਰ ਮੈਂ ਇਸ ਭਾਵਨਾ ਨਾਲ ਜਾਂ ਇਸ ਮਕਸਦ ਨਾਲ ਹੀ ਤੁਹਾਡੇ ਸਾਰਿਆਂ ਦੀ ਕਲਾਸ ਵਿੱਚ ਸ਼ਾਮਿਲ ਹੋਇਆ ਵੀ ਮੈਨੂੰ ਬਹੁਤ ਕੁਝ ਖੁਦ ਨੂੰ ਸਿੱਖਣ ਨੂੰ ਮਿਲੂਗਾ, ਜਿਸ ਰੂਪ ਚ ਆਪਾਂ ਏਦਾਂ ਸਮਝਣਾ। ਸੋ ਆਪਾਂ ਅੱਗੇ ਚੱਲਦੇ ਹਾਂ। ਗੌਰਵ ਵੀਰੇ ਚੱਲੀਏ ਅੱਗੇ, ਪੌੜੀ ਵਿਚਾਰੀਏ ਆਪਾਂ। ਜੀ ਵੀਰ ਜੀ, ਆਪਾਂ ਅਗਲੀ ਪੌੜੀ ਤੇ ਜੀ ਜੀ ਹਾਂਜੀ 3 ਨੰਬਰ ਪੌੜੀ। ਹੁਣ ਵੇਖੋ, ਫਿਰ ਪਿੱਛੇ ਥੋੜਾ ਜਿਹਾ ਜਾਣਾ ਪਊ ਆਪਾਂ ਨੂੰ। ਹੁਕਮ ਤੇ ਹੁਕਮ ਨੂੰ ਸਮਝ ਕੇ ਲੋਕ ਰੱਬ ਨੂੰ ਗਾਉਂਦੇ ਨੇ। ਫਿਰ ਸਮਝਿਓ ਗੱਲ, ਰੱਬ ਦਾ ਹੁਕਮ ਤੇ ਹੁਕਮ ਉਹਨਾਂ ਨੂੰ ਜਿੰਨਾ ਜਿੰਨਾ ਸਮਝ ਜਿਸ ਰੂਪ ਵਿੱਚ ਆਉਂਦਾ ਆ, ਉਦਾਂ ਲੋਕ ਰੱਬ ਨੂੰ ਗਾਉਂਦੇ ਨੇ। 3 ਨੰਬਰ ਜਿਹੜੀ ਪੌੜੀ ਆ ਉਹਦੇ ਅਖੀਰ ਤੇ ਜਾਓ। ਹੁਕਮੀ ਹੁਕਮ ਚਲਾਏ ਰਾਹ। ਰੱਬ ਦਾ ਨਿਯਮ ਰੂਪੀ ਰਾਹੋ ਨਹੀਂ ਪੜਨਾ ਇਹਨੂੰ। ਇੱਕ ਚੀਜ਼ ਦਾ ਧਿਆਨ ਰੱਖਿਓ ਸਾਰੇ, ਜਿਹੜੇ ਵੀਰ ਬਾਣੀ ਨੂੰ ਪੜ੍ਹਦੇ ਆ ਉਹਨਾਂ ਨੂੰ ਪਤਾ ਵਾ, ਜਿਹੜੇ ਨਵੇਂ ਨੇ ਉਹਨਾਂ ਨੂੰ ਲੱਗੂਗਾ ਵੀ ਔਂਕੜ ਲੱਗਾ ਵਾ ਤੇ ਬੋਲਿਆ ਕਿਉਂ ਨਹੀਂ ਗਿਆ, ਵੀ ਬੋਲਣਾ ਚਾਹੀਦਾ ਸੀ, ਔਂਕੜ ਦਾ ਪਾਠ ਹੋਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਸਾਰੀਆਂ ਮਾਤਰਾਵਾਂ ਜਿਹੜੀਆਂ ਵਰਤੀਆਂ ਹੋਈਆਂ ਵਾ ਉਹ ਅਰਥਵਾਚਕ ਨੇ, ਉਹ ਉਚਾਰਨ ਕਰਨ ਵਾਸਤੇ ਨਹੀਂ ਹੈਗੀਆਂ। ਜਿਵੇਂ ਕਿ ਆਪਾਂ ਪਿੱਛੇ ਵੀ ਕਈ ਥਾਵਾਂ ਤੇ ਜਿਹੜੀਆਂ ਉਚਾਰਨ ਮਾਤਰਾਵਾਂ ਨਹੀਂ ਕੀਤੀਆਂ, ਉਹਨਾਂ ਮਾਤਰਾਵਾਂ ਦੇ ਅਰਥ ਸਮਝੇ ਨੇ। ਏਦਾਂ ਹੀ ਇੱਥੇ ਰਾਹੋ ਨਹੀਂ ਪੜਨਾ ਇਹਨੂੰ। ਅਸੀਂ ਰਾਹੋ ਪਾਠ ਜਦੋਂ ਕਰਦੇ ਹਾਂ ਤੇ ਰਾਹੋ ਪਾਠ ਠੀਕ ਨਹੀਂ ਹੈ, ਦਰੁਸਤ ਨਹੀਂ ਹੈ, ਕਿਉਂਕਿ ਰਾਹ ਹੁੰਦਾ ਵਾ। ਤੁਸੀਂ ਕਿਸੇ ਨੂੰ ਪੁੱਛਦੇ ਹੋ ਲੁਧਿਆਣੇ ਨੂੰ ਕਿਹੜਾ ਰਾਹ ਜਾਂਦਾ ਹੈ, ਤੁਸੀਂ ਏਦਾਂ ਨਹੀਂ ਪੁੱਛਦੇ ਵੀ ਲੁਧਿਆਣੇ ਨੂੰ ਰਾਹੋ ਕਿਹੜਾ ਜਾਂਦਾ ਵਾ। ਰਾਹੋ ਸ਼ਹਿਰ ਦਾ ਨਾਮ ਹੈ, ਤੁਸੀਂ ਏਦਾਂ ਪੁੱਛੋਗੇ ਤੇ। ਸੋ ਜਦੋਂ ਅਸੀਂ ਅਰਥ ਨਾਮ ਹੀ ਕਰ ਰਹੇ ਹੋਈਏ, ਅਸੀਂ ਪਾਠ ਵੀ ਕਰ ਰਹੇ ਹੋਏ, ਤਾਂ ਸੁਣਨ ਵਾਲੇ ਨੂੰ ਬਹੁਤਾਤ ਗਿਣਤੀ 'ਚ ਅਰਥ ਸਮਝ ਆਉਣੇ ਚਾਹੀਦੇ। ਇਸ ਕਰਕੇ ਸਾਨੂੰ ਉਚਾਰਨ ਦਾ ਧਿਆਨ ਰੱਖਣਾ ਚਾਹੀਦਾ। ਮੈਂ ਪਹਿਲਾਂ ਹੀ ਕਿਹਾ ਸੀ, ਹੁਕਮੇ ਹੁਕਮ ਚਲਾਏ ਰਾਹ। ਰਾਹ ਹੁੰਦਾ ਵਾ। ਔਂਕੜ ਕਿਉਂ ਹੈ? ਕਿਉਂਕਿ ਰੱਬ ਦਾ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਇੱਕੋ ਹੀ ਰਾਹ ਆ, ਉਹਦੇ 2 4 10 ਰਾਹ ਨਹੀਂ ਹਨ। ਉਹਨੇ ਵੱਖਰੇ ਵੱਖਰੇ ਰਾਹ ਨਹੀਂ ਬਣਾਏ। ਇਹ ਰਾਹ ਵੱਖ-ਵੱਖ ਲੋਕਾਂ ਨੇ ਕ੍ਰੀਏਟ ਕੀਤੇ ਆ ਤੇ ਹਰ ਬੰਦੇ ਨੇ ਕਿਹਾ ਸਾਡੇ ਵਾਲਾ ਰਾਹ ਰੱਬ ਦੇ ਘਰ ਨੂੰ ਜਾਂਦਾ ਹੈ। ਜੇ ਐਂ ਕਰੋਗੇ ਤੇ ਰੱਬ ਦੇ ਘਰ ਜਾਓਗੇ, ਜੇ ਐਂ ਕਰੋਗੇ ਤੇ ਰੱਬ ਦੇ ਘਰ ਜਾਓਗੇ। ਆਹ ਸਾਡੇ ਵਾਲੀ ਜਿਹੜੀ ਵਿਧੀ ਵਿਧਾਨ ਹੈ ਇਹ ਰੱਬ ਦੇ ਘਰ ਲੈ ਕੇ ਜਾਏਗਾ। ਉਹਦੇ ਚ ਪੁੱਠੇ ਲਟਕਣਾ, ਸਮਾਧੀਆਂ ਲਾਉਣੀਆਂ, ਬੜਾ ਕੁਛ ਆ ਜਾਊਗਾ। ਫਿਰ ਹੁਣ ਤੁਸੀਂ ਉਹਦਾ ਇੱਕ ਰਾਹ ਆ, ਉਹ ਪਛਾਣਨਾ ਆ ਅਸੀਂ। ਤੇ ਜਿਹੜਾ ਉਸ ਰਾਹ ਤੇ ਤੁਰੂਗਾ, ਗੁਰੂ ਸਾਹਿਬ ਜੀ ਕਹਿੰਦੇ ਹੁਕਮੀ ਹੁਕਮ ਚਲਾਏ ਰਾਹ। ਹੁਕਮੀ ਦਾ ਰਾਹ ਆ, ਜਿਹੜਾ ਉਸ ਰਾਹ ਤੇ ਚੱਲੇਗਾ। ਨਾਨਕ ਹੇ ਨਾਨਕ ਵਿਗਸੈ, ਉਹ ਖੇੜੇ ਵਿੱਚ ਰਹਿੰਦਾ ਹੈ, ਵਿਗਾਸ ਵਿੱਚ ਰਹਿੰਦਾ ਹੈ, ਉਹ ਹੱਸਦਾ ਰਹਿੰਦਾ ਆ, ਉਹ ਖੁਸ਼ ਰਹਿੰਦਾ ਆ,
ਹੁਕਮ ਤੇ ਚੱਲਦਿਆਂ ਆਈ ਹੋਈ ਮੁਸੀਬਤ ਨੂੰ, ਆਈ ਹੋਈ ਮੁਸ਼ਕਲ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਆ। ਬੇਪਰਵਾਹ, ਉਹ ਬੇਪਰਵਾਹ ਰਹਿੰਦਾ ਆ। ਅੱਛਾ, ਬੇਪਰਵਾਹ ਤੇ ਲਾਪਰਵਾਹ ਦੋ ਚੀਜ਼ਾਂ ਆ। ਲਾਪਰਵਾਹ ਔਗਣ ਹੈ, ਬੇਪਰਵਾਹ ਗੁਣ ਹੈ। ਬੇਪਰਵਾਹ ਕੀ ਹੈ? ਇੰਨਾ ਸਿਲੇਬਸ ਕਿੱਦਾਂ ਯਾਦ ਕਰਾਂਗੇ, ਇੰਨਾ ਸਿਲੇਬਸ ਹੈ, ਇੰਨਾ ਕੰਮ ਹੈ। ਤੇ ਜਿਹੜਾ ਬੇਪਰਵਾਹ ਹੈ ਉਹ ਕਹਿੰਦਾ ਲੈ ਕਿੱਡੀ ਕੁ ਵੱਡੀ ਗੱਲ ਕਰ ਲਾਂਗੇ ਆਪਾਂ, ਵੱਡੀਆਂ ਵੱਡੀਆਂ ਗੱਲਾਂ ਕਰ ਲਈਆਂ, ਇਹ ਕਿੱਡੀ ਗੱਲ ਹੈ। ਇਹ ਬੇਪਰਵਾਹੀ ਗੁਣ ਹੈ। ਤੇ ਜਿਹੜੀ ਲਾਪਰਵਾਹੀ ਆ, ਕੋਈ ਨਹੀਂ ਕਰ ਲਾਂਗੇ, ਹੋ ਹੀ ਜਾਣਾ ਆ, ਅੱਜ ਨਹੀਂ ਤਾਂ ਕੱਲ ਹੋ ਜੂ, ਕੱਲ ਨਹੀਂ ਤਾਂ ਪਰਸੋਂ ਹੋ ਜੂ, ਪਰਸੋਂ ਨਹੀਂ ਤੇ ਚੌਥ ਹੋ ਜੂ। ਹੁਣ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਬੰਦਾ ਜਿਹੜੀ ਚੀਜ਼ ਕੱਲ ਤੇ ਛੱਡਦਾ, ਕੱਲ ਕਦੇ ਨਹੀਂ ਆਉਂਦਾ। ਸੋ ਕੱਲ ਤੇ ਕਦੀ ਨਹੀਂ ਛੱਡਣੀ ਗੱਲ। ਸਾਡੇ ਸਮਾਜ ਦਾ ਇੱਕ ਸਟਰਕਚਰ ਹੈ, ਤੁਸੀਂ ਵੇਖੋ, ਕੋਈ ਨਹੀਂ ਕਰ ਲਾਂਗੇ, ਵੇਖਦੇ ਆ, ਵਕਤ ਆਉਣ ਤੇ ਕਰਾਂਗੇ। ਵਕਤ ਕਦੀ ਨਹੀਂ ਆਉਂਦਾ ਹੁੰਦਾ। ਵਕਤ ਲਿਆਉਣੇ ਪੈਂਦੇ ਆ, ਵਕਤ ਪੈਦਾ ਕਰਨੇ ਪੈਂਦੇ ਆ, ਵਕਤ ਨੂੰ ਸਿਰਜਣਾ ਪੈਂਦਾ ਆ। ਵਕਤ ਨਹੀਂ ਆਉਂਦੇ ਕਦੇ ਵੀ। ਸੋ ਨਾਨਕ ਵਿਕਸੈ ਬੇਪਰਵਾਹ। ਬੇਪਰਵਾਹ ਗੁਣ ਹੈ ਤੇ ਲਾਪਰਵਾਹ ਔਗਣ ਹੈ। ਲਾਪਰਵਾਹੀ ਸਾਡੀ ਜ਼ਿੰਦਗੀ 'ਚ ਮੁਸ਼ਕਲ ਪੈਦਾ ਕਰਦੀ ਹੈ ਤੇ ਬੇਪਰਵਾਹੀ ਸਾਡੀ ਜ਼ਿੰਦਗੀ 'ਚ ਵਿਗਾਸ਼ ਪੈਦਾ ਕਰਦੀ ਹੈ। ਕੋਈ ਨਹੀਂ, ਕੀਤਾ ਹੀ ਪਿਆ ਆ, ਸਮਝੋ ਹੋ ਗਿਆ, ਕਰ ਲਿਆ ਸਮਝੋ। ਐਨਰਜੀ, ਪੋਜ਼ਿਟਿਵਿਟੀ ਨਾਲ ਕਿਸੇ ਕੰਮ ਨੂੰ ਕਰਨਾ। ਤੇ ਜਦੋਂ ਤੁਸੀਂ ਕਿਸੇ ਕੰਮ ਨੂੰ ਪੋਜ਼ਿਟਿਵਿਟੀ ਨਾਲ ਕਰਦੇ ਆ ਤਾਂ ਉਹ ਕੰਮ ਸੌਖੇ ਹੋ ਜਾਂਦੇ ਆ। ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਲੱਗਿਆ, ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਵੀ ਬਾਬਰ, ਮੌਲਵੀ, ਕਾਜ਼ੀ ਸਭ ਕੁਝ ਹੀ ਵਿਗੜਿਆ ਪਿਆ, ਤੇ ਗੁਰੂ ਸਾਹਿਬ ਕਹਿੰਦੇ ਵੀ ਐਂ ਹੀ ਹੋ ਜਾਣਾ, ਬਸ ਕਰਾਂਗੇ ਆਪਾਂ। ਬਾਬਰ ਤੋਂ ਵੀ ਗੱਲ ਕਰਾਂਗੇ, ਬਾਬਰ ਨਾਲ ਵੀ ਆਪਾਂ, ਕਾਜ਼ੀ ਨਾਲ ਵੀ ਸਾਰਿਆਂ ਨਾਲ ਕਰਾਂਗੇ, ਬਦਲਾਂਗੇ ਹਾਲਾਤ ਆਪਾਂ, ਸਮਾਂ ਚੇਂਜ ਹੋਊਗਾ। ਅੱਛਾ, ਅੱਜ ਤੁਸੀਂ ਵੇਖੋ 550 ਸਾਲ ਬਾਅਦ ਸਿੱਖਾਂ ਨਾਲ ਕਿੱਥੇ ਜੀ, ਬਹੁਤ ਔਖਾ ਆ, ਬਦਲਿਆ ਨਹੀਂ ਜਾ ਸਕਦਾ, ਸਾਰੇ ਏਦਾਂ ਜੀ, ਐ ਕਰਦੇ ਆ ਆਪਾਂ ਗੱਲ। ਤੁਹਾਡੇ 'ਚ ਬਹੁਤ ਸਾਰੇ ਪੜ੍ਹੇ ਲਿਖੇ ਬੱਚੇ, ਜਿਹੜੇ ਇੰਟੈਲੀਜੈਂਟ ਬੱਚੇ ਆ, ਸੂਝਵਾਨ ਬੱਚੇ ਆ, ਉਹ ਤੁਸੀਂ ਵੇਖੋ 2-4 ਬੰਦਿਆਂ 'ਚ ਕਿਤੇ ਬਹਿ ਕੇ ਏਦਾਂ ਐਨਰਜੀ ਉਹਨਾਂ 'ਚ ਆਉਂਦੀ ਹੈ, ਫਿਰ ਕਿਤੇ ਜਾ ਕੇ ਨਹੀਂ ਜੀ, ਸਾਰਾ ਤਾਣਾ ਬਾਣਾ ਹੀ ਉਲਝਿਆ ਪਿਆ ਆ, ਬਹੁਤ ਔਖਾ ਹੈ। ਸੋ ਇਹ ਜਿਹੜਾ ਆ, ਇਹ ਔਗਣ ਹੈ। ਬੇਪਰਵਾਹੀ ਜਿਹੜੀ ਹੈ, ਇਹ ਗੁਣ ਹੈ। ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਖਡੂਰ ਸਾਹਿਬ ਦੀ ਧਰਤੀ ਤੇ ਬੈਠੇ ਨੇ, ਸ਼ੇਰਸ਼ਾਹ ਸੂਰੀ ਤੋਂ ਹਮਾਯੂ ਹਾਰ ਖਾ ਕੇ ਆ ਰਿਹਾ। ਵੇਖੋ ਕਿੰਨੀ ਪਿਆਰੀ ਗੱਲ ਹੈ। ਸ਼ੇਰਸ਼ਾਹ ਸੂਰੀ ਕੋਲੋਂ ਹਮਾਯੂ ਹਾਰ ਖਾ ਕੇ ਆ ਰਿਹਾ, ਵਾਪਸ ਹਾਰ ਗਿਆ, ਫੌਜ ਨਹੀਂ ਰਹੀ, ਤਖਤੋ ਤਾਜ ਨਹੀਂ ਰਿਹਾ, ਹਾਰੇ ਹੋਏ ਨੇ ਸੋਚਿਆ ਬਿਆਸ ਦਰਿਆ ਪਾਰ ਕਰਨ ਲੱਗਾ ਵੀ ਇੱਥੇ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਗੁਰੂ ਅੰਗਦ ਸਾਹਿਬ ਜੀ ਰਹਿੰਦੇ ਆ, ਵੀ ਜਾਂਦੇ ਜਾਂਦੇ ਮਿਲ ਜਾਂਦੇ ਆ, ਦਰਸ਼ਨ ਕਰ ਜਾਂਦੇ ਆ। ਜਦੋਂ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਕੋਲ ਆਇਆ ਤਾਂ ਉਹ ਬੱਚਿਆਂ ਦੀ ਕਲਾਸ ਲਾ ਕੇ ਉਸ ਵੇਲੇ ਬੱਚਿਆਂ ਨੂੰ ਗੁਰਮਤਿ ਦੀ ਗੱਲ। ਹੁਣ ਇੱਕ ਹੋਰ ਗੱਲ ਵੇਖੋ ਵੀ ਗੁਰੂ ਸਾਹਿਬ ਦੇ ਵੇਲੇ ਬੱਚਿਆਂ ਦੀਆਂ ਕਲਾਸਾਂ ਲੱਗਦੀਆਂ ਸਨ, ਅਸੀਂ ਛੱਡਤੀਆਂ ਹੌਲੀ ਹੌਲੀ, ਅਸੀਂ ਹੋਰ ਟ੍ਰੈਂਡ ਤੇ ਚੜ ਗਏ। ਬੱਚਿਆਂ ਦੀ ਕਲਾਸ ਲੱਗੀ, ਉਹਨਾਂ ਨੂੰ ਏਦਾਂ ਮਾਲਾ ਖਾੜਿਆਂ ਦੀ ਗੱਲ ਸਮਝਾਈ ਜਾ ਰਹੀ ਹੈ, ਗੁਰਮਤਿ ਦੀ ਗੱਲ ਸਮਝਾਈ ਜਾ ਰਹੀ ਹੈ। ਹੁਣ ਗੁਰੂ ਸਾਹਿਬ ਰੱਬ ਦੀ ਗੱਲ ਕਰ ਰਹੇ ਨੇ, ਉੱਥੇ ਸ਼ੇਰਸ਼ਾਹ ਸੂਰੀ ਆ ਜਾਏ, ਉੱਥੇ ਕੋਈ ਵੱਡੀ ਤੋਂ ਵੱਡੀ ਤਾਕਤ ਆ ਜਾਏ, ਗੁਰੂ ਸਾਹਿਬ ਜੀ ਨੂੰ ਇਹਦੇ ਨਾਲ ਕੀ ਫਰਕ ਪੈਂਦਾ? ਇਹੀ ਤੇ ਨਵੀਂ ਚੀਜ਼ ਗੁਰੂ ਸਾਹਿਬ ਜੀ ਦੁਨੀਆ ਨੂੰ ਦੇਣ ਆਏ ਸਨ, VIP ਕਲਚਰ ਨੂੰ ਖਤਮ ਕਰਨ ਆਏ ਸਨ, ਹਨਾ। ਸੋ ਉਹ ਅੱਜ ਉਦਾਂ ਹੀ ਹੈ VIP ਕਲਚਰ, ਜਿਹੜਾ ਸਾਡੇ ਸਮਾਜ ਸਿੱਖਾਂ 'ਚ ਥੋੜੀ ਖਤਮ ਹੋ ਗਿਆ ਹੈ, ਕਦੇ ਸਿੱਖਾਂ 'ਚ ਵੀ ਉਦਾਂ ਹੀ ਹੈ। ਅਸੀਂ ਉਸ ਜਿਹੜੇ ਗੁਰੂ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਬਰਾਬਰ ਕਰਨ ਆਏ ਸੀ, ਉਹ ਰਹੀ ਨਹੀਂ ਹੈ ਗੱਲ ਸਾਡੇ 'ਚ। ਖੈਰ, ਗੁਰੂ ਸਾਹਿਬ ਜੀ ਨੇ ਜਦੋਂ ਬੱਚਿਆਂ ਨਾਲ ਗੱਲ ਕਰ ਰਹੇ ਸੀ ਤੇ ਉਹਨਾਂ ਨੇ ਸ਼ੇਰਸ਼ਾਹ ਸੂਰੀ ਦੇ ਆਉਣ ਦਾ ਕੋਈ ਵੱਖਰਾ ਸਵਾਗਤ ਨਹੀਂ ਕੀਤਾ। ਉਹਨੂੰ ਗੁੱਸਾ ਆ ਗਿਆ ਵੀ ਮੈਂ ਬਾਦਸ਼ਾਹ, ਹਾਲਾਂਕਿ ਬਾਦਸ਼ਾਹ ਨਹੀਂ ਰਿਹਾ, ਉਹਦਾ ਸਿੰਘਾਸਨ ਚਲਾ ਗਿਆ ਹੈ, ਰਾਜ ਭਾਗ ਜਾਂਦਾ ਰਿਹਾ ਹੈ, ਹਾਰ ਗਿਆ ਆ ਉਹ, ਪਰ ਉਹਨੂੰ ਲੱਗਿਆ ਵੀ ਮੇਰਾ ਸਵਾਗਤ ਨਹੀਂ ਹੋਇਆ, ਮੈਨੂੰ ਵੈਲਕਮ ਨਹੀਂ ਕਿਹਾ ਗਿਆ। ਉਹਨੇ ਕਿਰਪਾਨ ਕੱਢ ਲਈ, ਗੁੱਸਾ ਆਇਆ। ਜਦੋਂ ਗੁੱਸਾ ਆਇਆ ਤੇ ਗੁਰੂ ਸਾਹਿਬ ਨਾ ਲਾਪਰਵਾਹ ਨਹੀਂ ਹੋਏ ਵੀ ਚੱਲ ਕੋਈ ਨਹੀਂ, ਤੇ ਗੁਰੂ ਸਾਹਿਬ ਜੀ ਦਹਿਸ਼ਤ ਵਿੱਚ ਵੀ ਨਹੀਂ ਆਏ ਵੀ ਇਹਨਾਂ ਤੇ ਕਿਰਪਾਨ ਕੱਢ ਲਈਏ। ਗੁਰੂ ਸਾਹਿਬ ਨੋਰਮਲੀ, ਬੜੇ ਸੁਭਾਵਕ ਜੇ, ਜਿਵੇਂ ਬੜੇ ਸਹਿਜੇ ਜੇ ਕਹਿੰਦੇ, ਸ਼ੇਰਸ਼ਾਹ ਸੂਰੀ ਜਿੱਥੇ ਤਲਵਾਰ ਦੇ ਜੌਹਰ ਵਿਖਾਉਣੇ ਸੀ ਉੱਥੇ ਪਿੱਠ ਵਿਖਾ ਕੇ ਦੌੜ ਆਇਆ, ਤੇ ਜਿੱਥੇ ਗੱਲ ਕਰਨ ਦੀ ਲੋੜ ਹੈ ਉੱਥੇ ਤਲਵਾਰਾਂ ਖਿੱਚੀ ਫਿਰਦਾ ਹੈ।
ਤੇਰੀ ਸੂਰਮਤਾਈ ਉਦੋਂ ਕਿੱਥੇ ਗਈ ਸੀ ਜਦੋਂ ਸ਼ੇਰਸ਼ਾਹ ਸੂਰੀ ਹਮਾਯੂ ਦੇ ਨਾਲ ਤੇਰੀ ਤਲਵਾਰ ਕੜਕ ਰਹੀ ਸੀ? ਉਥੋਂ ਡਰਦਾ ਭੱਜ ਆਇਆ। ਕੁਝ ਪੱਲੇ ਨਹੀਂ ਬਚਿਆ ਤੇਰੇ, ਰਾਜ ਭਾਗ ਸੈਨਿਕ ਫੌਜ ਕੁਝ ਨਹੀਂ ਹੈ, ਕੱਲਾ ਹੀ ਹੈ ਤੂੰ, ਪਰ ਹੰਕਾਰ ਨਾਲ ਹੀ ਚੁੱਕੀ ਫਿਰਦਾ ਹੈ। ਬਾਦਸ਼ਾਹ ਦਾ ਵੀ ਮੈਂ ਬਾਦਸ਼ਾਹ ਆਇਆ, ਮੈਨੂੰ ਜਿਵਾ ਆਇਆ ਨਹੀਂ ਕਿਹਾ ਗਿਆ, ਸਲਾਮ ਮੈਨੂੰ ਵੈਲਕਮ ਨਹੀਂ ਕਿਹਾ ਗਿਆ। ਸੋ ਇਹ ਮਾਨ ਮੋਹ ਦੋਨੋਂ ਕੋ ਪਰਹਰ, ਇਹ ਛੱਡਣ ਦੀ ਲੋੜ ਹੈ, ਇਹ ਛੱਡਦੇ ਨਹੀਂ ਅਸੀਂ। ਸੋ ਇਸ ਤਰ੍ਹਾਂ ਨਾਲ ਜਦੋਂ ਅਸੀਂ ਵਿਕਾਸ ਦੇ ਗੱਲ ਕਰਦੇ ਹਾਂ, ਅਸੀਂ ਖੇੜੇ ਦੀ ਗੱਲ ਕਰਦੇ ਹਾਂ, ਤਾਂ ਉਦੋਂ ਉਹਦਾ ਮਤਲਬ ਹੈ ਵੀ ਉਹਦਾ ਇੱਕ ਹੁਕਮ ਹੈ, ਇੱਕ ਨਿਯਮ ਹੈ, ਉਹਦੇ ਰਾਹ ਤੇ ਚੱਲਣਾ। ਉਹਦੇ ਰਾਹ ਤੇ ਚੱਲਦੇ ਆ ਤਤੀ ਤਵੀ ਆ ਜਾਏ, ਜੀ ਆਇਆਂ ਨੂੰ ਪ੍ਰਵਾਨ ਹੈ, ਦੁੱਖ ਨਹੀਂ ਹੈ। ਉਹਦੇ ਰਾਹ ਤੇ ਚੱਲਦੇ ਆ ਉਬਲਦੀ ਦੇਗ ਆ ਜਾਏ, ਉਹਦੇ ਰਾਹ ਤੇ ਚੱਲਦੇ ਆ ਚਾਂਦਨੀ ਚੌਂਕ ਆ ਜਾਏ, ਉਹਦੇ ਰਾਹ ਤੇ ਚੱਲਦੇ ਆ ਮਾਛੀਵਾੜਾ ਆ ਜਾਏ, ਉਹਦੇ ਰਾਹ ਤੇ ਚੱਲਦੇ ਆ ਆਨੰਦਪੁਰ ਛੱਡਣਾ ਪੈ ਜਾਏ। ਹਰ ਤਰ੍ਹਾਂ ਨਾਲ ਤਿਆਰੀ ਆ। ਬੱਚੇ ਦਾ ਕਲੇਜਾ ਕਢਾ ਕੇ ਮੂੰਹ ਚ ਪਾਉਣਾ ਪੈ ਜਾਏ, ਕੋਈ ਗੱਲ ਨਹੀਂ, ਰਾਹ ਨਹੀਂ ਬਦਲਣਾ, ਦਿਸ਼ਾ ਨਵੀਂ ਨਹੀਂ ਚੁਣਨੀ ਹੁਣ, ਕਿਉਂਕਿ ਰਾਹ ਠੀਕ ਹੈ, ਰਾਹ ਗਲਤ ਨਹੀਂ ਹੈ। ਅਸੀਂ ਜਦੋਂ ਮੁਸ਼ਕਲਾਂ ਦੇ ਵੇਖ ਕੇ, ਮੁਸ਼ਕਲਾਂ ਨੂੰ ਸਾਹਮਣੇ ਧਿਆਨ ਵਿੱਚ ਰੱਖ ਕੇ ਰਸਤੇ ਬਦਲਦੇ ਆ ਨਾ, ਉਦੋਂ ਅਸੀਂ ਮੰਜ਼ਿਲ ਤੇ ਨਹੀਂ ਪਹੁੰਚਦੇ। ਕਿਉਂਕਿ ਜਦੋਂ ਤੁਸੀਂ ਇੱਕ ਵਾਰ ਰਸਤਾ ਬਦਲ ਲੈਂਦੇ ਹੋ, ਫਿਰ ਬਹੁਤ ਲੋਕ ਰਸਤੇ ਬਦਲਾਉਂਦੇ ਆ। ਸਾਡੇ ਗੁਰੂ ਸਾਹਿਬਾਨ ਨੇ ਜਿਹੜਾ ਰਾਹ ਚੁਣ ਲਿਆ ਨਾ, ਹੁਕਮੀ ਹੁਕਮ ਚਲਾਏ ਰਾਹ, ਤੇ ਜਿਹੜਾ ਚੱਲ ਪਿਆ ਨਾ ਉਸ ਰਾਹ ਤੇ, ਫਿਰ ਸਿਰ ਜਾਵੇ ਬੇਸ਼ੱਕ ਚਲਾ ਜਾਏ, ਪਰ ਰਾਹ ਨਹੀਂ ਬਦਲਿਆ। ਅਸੀਂ ਬਹੁਤ ਛੇਤੀ ਰਾਹ ਬਦਲਦੇ ਆ। ਇਸੇ ਕਰਕੇ ਸਮਾਜ ਵਿੱਚ ਜਿਹੜੀ ਬਦਲਾਵ ਦੀ ਗੱਲ ਆ ਨਾ, ਜਿਹੜੀ ਚੇਂਜ ਦੀ ਗੱਲ ਆ, ਉਹਦੀ ਸ਼ੁਰੂਆਤ ਕਰਨੀ ਬਹੁਤ ਔਖੀ ਹੈ, ਤੇ ਉਹਨੂੰ ਰੈਗੂਲਰ ਰੱਖਣਾ ਵੀ ਬਹੁਤ ਔਖਾ। ਕਈ ਬੰਦੇ ਕਰ ਦਿੰਦੇ ਆ ਸ਼ੁਰੂਆਤ ਜੋਸ਼ ਚ ਆ ਕੇ ਵੀ ਬਦਲ ਦਾਂਗੇ ਆਪਾਂ, ਪਰ ਉਹਨੂੰ ਰੈਗੂਲਰ ਰੱਖਣ ਵਾਸਤੇ, ਉਹਨੂੰ ਲਗਾਤਾਰ ਜਿਹੜਾ ਵਾ ਉਹਨੂੰ ਧਿਆਨ ਚ ਰੱਖਣ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ। ਤਾਂ ਇਹ ਗੱਲ ਵੀ ਸਾਡੇ ਧਿਆਨ ਵਿੱਚ ਰਹਿਣੀ ਚਾਹੀਦੀ ਹੈ ਵੀ ਜਦੋਂ ਤੁਸੀਂ ਕਿਸੇ ਚੀਜ਼ ਨੂੰ ਸ਼ੁਰੂ ਕਰਨਾ, ਜਿਵੇਂ ਪਿਛਲੀ ਵਾਰ ਕਿਹਾ ਸੀ ਵੀ ਕਲਾਸ ਸ਼ੁਰੂ ਕਰਨ ਵਾਲੇ ਬਹੁਤ ਹੋਣਗੇ, ਪਰ ਸਵਾਦ ਇਹ ਆ ਵੀ ਜਿਨੀ ਨਾਮ ਧਿਆਇਆ ਤੱਕ ਕਿੰਨੇ ਪਹੁੰਚਦੇ ਆ। ਫੈਸਲਾ ਉੱਥੇ ਹੋਣਾ ਜਾ ਕੇ, ਤੇ ਜਿਹੜੇ ਵੀ ਇੱਕ ਵੀ ਜੇ ਹੋਇਆ, ਜਿਹੜਾ ਉੱਥੋਂ ਤੱਕ ਪਹੁੰਚੂਗਾ ਉਹਨੂੰ ਸਮਝ ਲੱਗੂਗੀ ਵੀ ਕਹਾਣੀ ਹੈ ਕੀ ਹੈ, ਸਾਰਾ ਪੱਖ ਸਮਝ ਵਿੱਚ ਆਊਗਾ। ਜਿਹੜਾ ਉੱਥੋਂ ਤੱਕ ਨਹੀਂ ਪਹੁੰਚੂਗਾ ਉਹ ਸਾਰੇ ਸਿਲਸਿਲੇ ਨੂੰ ਸਮਝ ਨਹੀਂ ਪਾਊਗਾ। ਤਾਂ ਅਸੀਂ ਖੈਰ ਲਾਗੇ ਰੱਖੀਏ ਗੱਲ ਨੂੰ। ਹੁਕਮੀ ਹੁਕਮ ਚਲਾਏ ਰਾਹ, ਇੱਥੋਂ ਸਮਝੋ ਇਹਨੂੰ। ਹੁਣ ਪਹਿਲਾ ਬੰਦ ਵੇਖੋ, ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਕਈ ਬੰਦੇ ਪਰਮਾਤਮਾ ਨੂੰ ਗਾਉਂਦੇ ਆ ਸਿਰਫ ਉਹਦੀ ਕਿਸੇ ਤਾਕਤ ਨੂੰ ਵੇਖ ਕੇ। ਤਾਕਤ ਦਾ ਮਤਲਬ ਕਿਸੇ ਨੂੰ ਐ ਲੱਗਦਾ ਵੀ ਰੱਬ ਨੇ ਵੇਖੋ ਕਿੱਡੇ ਵੱਡੇ ਪਹਾੜ ਬਣਾਤੇ, ਉਹ ਇੰਨਾ ਕੀ ਵੇਖਦੇ ਨੇ। ਹੁਣ ਇੱਕ ਐਗਜ਼ਾਮਪਲ ਦਿੰਦਾ ਮੈਂ, ਸੌਖੀ ਸਮਝ ਆਊਗੀ ਗੱਲ। ਇਹ ਕੁਝ ਗੱਲਾਂ ਏਦਾਂ ਦੀਆਂ ਵੀ ਅਸੀਂ ਰੱਬ ਨੂੰ ਜਾਂ ਹੁਕਮ ਨੂੰ, ਰੱਬ ਦੇ ਨੂੰ ਕਿੱਦਾਂ ਵੇਖਦੇ ਆ। ਕਿਤੇ 5-6 ਅੰਨੇ ਸਨ, ਨੇਤਰਹੀਣ ਬੰਦੇ। ਉਹਨਾਂ ਅੰਨਿਆਂ ਨੇ ਕਿਸੇ ਨੂੰ ਪੁੱਛਿਆ ਵੀ ਹਾਥੀ ਕਿੱਦਾਂ ਦਾ ਹੁੰਦਾ ਵਾ, ਕਿ ਸਾਨੂੰ ਹਾਥੀ ਬਾਰੇ ਦੱਸੋ। ਹੁਣ ਅੰਨਿਆਂ ਨੂੰ ਹਾਥੀ ਬਾਰੇ ਕਿੱਦਾਂ ਦੱਸਿਆ ਜਾਏ ਵੀ ਕਾਲਾ ਹੁੰਦਾ ਵਾ, ਚਿੱਟਾ ਹੁੰਦਾ ਵਾ, ਭਾਰਾ ਹੁੰਦਾ ਆ, ਵੱਡਾ ਹੁੰਦਾ ਆ। ਉਹ ਕਹਿੰਦੇ ਵੀ ਕਿੱਦਾਂ ਦਾ ਹੁੰਦਾ ਆ, ਸਾਨੂੰ ਦੱਸੋ। ਤੇ ਕਿਸੇ ਸਿਆਣੇ ਨੇ ਕਾਰਡ ਕੱਢ ਲਈ ਵੀ ਏਦਾਂ ਕਰੋ, ਇਹਨਾਂ ਅੰਨਿਆਂ ਨੂੰ ਹਾਥੀ ਦੇ ਲਾਗੇ ਲੈ ਜਾਓ, ਤੇ ਇਹ ਹਾਥੀ ਨੂੰ ਸਪਰਸ਼ ਕਰਕੇ, ਟੋਹ ਕੇ, ਉਹਨੂੰ ਹੱਥ ਲਾ ਕੇ ਫੀਲ ਕਰ ਸਕਣਗੇ ਵੀ ਹਾਥੀ ਕਿੱਦਾਂ ਦਾ ਹੁੰਦਾ। ਹੁਣ ਉਹਨਾਂ ਅੰਨਿਆਂ ਨੇ ਕੀ ਕੀਤਾ, ਉਹਨਾਂ ਚੋਂ ਅੰਨਿਆਂ ਚੋਂ ਇੱਕ ਬੰਦੇ ਨੂੰ ਉਹਨੇ, ਦੱਸਣ ਵਾਲੇ ਨੇ ਹੱਥ ਫੜਿਆ ਉਹਦਾ, ਤੇ ਉਹਨੂੰ ਹਾਥੀ ਦੇ ਲਾਗੇ ਲੈ ਗਏ। ਉਹਦਾ ਏਦਾਂ ਹੱਥ ਲੱਗਾ ਹਾਥੀ ਦੇ ਸਰੀਰ ਤੇ, ਉਹਨੇ ਐ ਟੋਹ ਕੇ ਹੱਥ ਵੇਖਿਆ ਦੂਰ ਤੱਕ ਲਾ ਕੇ, ਕਹਿੰਦਾ ਅੱਛਾ ਸਮਝ ਆ ਗਈ, ਹਾਥੀ ਕੰਧ ਵਰਗਾ ਹੁੰਦਾ ਹੈ, ਦੀਵਾਲ ਵਰਗਾ ਹੁੰਦਾ ਹੈ। ਕਿਉਂਕਿ ਉਹਨੇ ਏਦਾਂ ਚੈੱਕ ਕਰ ਲਿਆ। ਹੁਣ ਦੂਜਾ ਕਹਿੰਦਾ ਵੀ ਮੈਨੂੰ ਵਿਖਾਓ ਕਿੱਦਾਂ ਦਾ ਹੁੰਦਾ ਹੈ, ਇਹ ਕਹਿੰਦਾ ਕੰਧ ਵਰਗਾ ਹੁੰਦਾ। ਉਹ ਦੂਸਰੇ ਬੰਦੇ ਦਾ ਹੱਥ ਜਿਹੜਾ ਆ ਉਹ ਹਾਥੀ ਦੀ ਪੂਛ ਤੇ ਗਿਆ, ਉਹਨੇ ਪੂਛ ਨੂੰ ਏਦਾਂ ਫੜ ਕੇ ਵੇਖਿਆ,
ਕਹਿੰਦਾ ਅੱਛਾ ਅੱਛਾ, ਹਾਥੀ ਝਾੜੂ ਵਰਗਾ ਹੁੰਦਾ। ਤੀਜੇ ਬੰਦੇ ਦਾ ਹੱਥ ਹਾਥੀ ਦੇ ਦੰਦਾਂ ਤੇ ਗਿਆ, ਉਹਨੇ ਹਾਥੀ ਦੇ ਦੰਦਾਂ ਨੂੰ ਹੱਥ ਲਾਇਆ, ਉਹ ਤਿੱਖੇ ਤਿੱਖੇ ਜਿਹੇ ਲੱਗੇ। ਕਹਿੰਦਾ ਅੱਛਾ, ਹਾਥੀ ਜਿਹੜਾ ਵਾ ਉਹ ਸੂਇਆਂ ਵਰਗਾ ਹੁੰਦਾ, ਤਿੱਖੇ ਸੂਏ ਵਰਗਾ ਹੁੰਦਾ। ਚੌਥੇ ਬੰਦੇ ਦਾ ਉਹਦੀ ਲੱਤ ਨੂੰ ਹੱਥ ਪਿਆ, ਉਹਦੇ ਪੈਰ ਨੂੰ ਹੱਥ ਪਿਆ, ਉਹਨੇ ਏਦਾਂ ਚੈੱਕ ਕੀਤਾ ਗੋਲ ਘੁਮਾ ਕੇ, ਆਂਦਾ ਅੱਛਾ, ਹਾਥੀ ਜਿਹੜਾ ਵਾ ਉਹ ਖੰਭੇ ਵਰਗਾ ਹੁੰਦਾ। ਹੁਣ ਤੁਸੀਂ ਵੇਖੋ, ਨਾ ਹਾਥੀ ਝਾੜੂ ਵਰਗਾ ਹੁੰਦਾ ਹੈ, ਨਾ ਹਾਥੀ ਕੰਧ ਵਰਗਾ ਹੁੰਦਾ ਹੈ, ਤੇ ਨਾ ਹਾਥੀ ਜਿਹੜਾ ਵਾ ਉਹ ਸੂਏ ਵਰਗਾ ਹੁੰਦਾ, ਤੇ ਨਾ ਹਾਥੀ ਜਿਹੜਾ ਵਾ ਉਹ ਜਿਸ ਤਰ੍ਹਾਂ ਦੀ ਉਹ ਵਿਆਖਿਆ, ਜਿਸ ਤਰ੍ਹਾਂ ਦੀ ਉਹ ਬਿਆਨਬਾਜ਼ੀ ਕਰ ਰਿਹਾ, ਪਰ ਉਹ ਗਲਤ ਨਹੀਂ ਆ। ਹੁਣ ਉਹਨੂੰ ਗਲਤ ਥੋੜੀ ਕਹਿ ਸਕਦੇ ਆਪਾਂ ਵੀ ਤੁਸੀਂ ਗਲਤ ਕਹਿ ਰਹੇ ਹੋ, ਕਿਉਂਕਿ ਉਹ ਫੀਲ ਹੀ ਉਹਨਾਂ ਕਰ ਪਾ। ਵੀਰ ਜੀ ਤੁਸੀਂ ਮਿਲ ਦੋ, ਤੁਹਾਡਾ ਮਾਈਕ। ਸੌਰੀ, ਇੱਕ ਐਗਜ਼ਾਮਪਲ ਦੇ ਰਿਹਾ ਸੀ ਮੈਂ ਹਾਥੀ ਦੀ। ਆਵਾਜ਼ ਆ ਰਹੀ ਹੈ ਜੀ ਹੁਣ? ਹਾਂਜੀ ਆ ਰਹੀ ਹੈ। ਹਾਂਜੀ, ਉੱਥੋਂ ਤੱਕ ਕਰ ਪਾ ਰਹੇ ਤੁਸੀਂ ਕਿਹਾ ਕਿ ਉਹ ਨਾ ਉਹ ਸਹੀ ਹੈ, ਪਰ ਕੀ ਲਈ ਉਹਨਾਂ ਕਰ ਪਾ ਰਹੇ ਆ ਉੱਥੋਂ। ਹਾਂ ਬਿਲਕੁਲ, ਓਕੇ। ਹੁਣ ਉਹ ਦੱਸ ਤਾਂ ਰਹੇ ਆ, ਪਰ ਉਹ ਜਿੰਨਾ ਸਮਝ ਪਾ ਰਿਹਾ ਉਹਨਾਂ ਹੀ ਦੱਸ ਪਾ ਰਿਹਾ। ਏਦਾਂ ਹੀ ਸੰਸਾਰ ਦਾ ਬਹੁਤਾ ਹਿੱਸਾ ਰੱਬ ਦੇ ਹੁਕਮ ਦੀ ਵਿਆਖਿਆ ਕਰਦਾ ਵਾ, ਰੱਬ ਦੇ ਹੁਕਮ ਨੂੰ ਦੱਸਣ ਦੀ ਕੋਸ਼ਿਸ਼ ਕਰਦਾ, ਪਰ ਦੱਸ ਉਨੀ ਪਾ ਰਿਹਾ ਜਿੰਨੀ ਉਹਨੂੰ ਸਮਝ ਆ ਰਹੀ ਹੈ। ਹੁਣ ਜੋ ਕਹੇ ਮੈਂ ਫੁੱਲ ਐਂਡ ਫਾਈਨਲ ਗੱਲ ਦੱਸਦਾ, ਉਹ ਤੇ ਤਾਂ ਹੀ ਦੱਸੂਗਾ ਜੇ ਉਹਦੀ ਹੋਊਗੀ, ਤੇ ਉਹਨੂੰ ਤਾਂ ਜਿੰਨੀ ਸਮਝ ਆ ਰਹੀ ਉਨੀ ਦੱਸ ਰਿਹਾ ਆ ਉਹ। ਤਾਂ ਗੁਰੂ ਸਾਹਿਬ ਜੀ ਕਹਿੰਦੇ ਏਦਾਂ ਹੀ ਫਿਰ ਜਿੰਨੀ ਚੀਜ਼, ਜਿੰਨੀਆਂ ਗੱਲਾਂ ਜਿਹਨੂੰ ਸਮਝ ਆਈਆਂ ਉਹਨਾਂ ਨੇ ਉਸ ਤਰ੍ਹਾਂ ਨਾਲ ਜਿਹੜਾ ਵਾ ਰੱਬ ਨੂੰ ਗਾਇਆ। ਕਿਸੇ ਮਨੁੱਖ ਨੂੰ ਰੱਬ ਦੀ ਸਮਰੱਥਾ ਜਿਹੜੀ ਆ, ਤਾਣ ਜਿਹੜੀ ਹੈ, ਉਹਦੀ ਤਾਕਤ ਜਿੰਨੀ ਕੁ ਸਮਝ ਲੱਗੀ, ਓਦਾਂ ਉਹਨੇ ਰੱਬ ਨੂੰ ਗਾਤਾ ਵੀ ਰੱਬ ਵਿੱਚ ਆਹ ਤਾਕਤ ਹੈ। ਵੀ ਉਹਨੇ ਰੱਬ ਨੇ ਵੇਖੋ ਆ ਪੱਥਰ ਬਣਾਤਾ, ਰੱਬ ਨੇ ਵੇਖੋ ਆ ਪਹਾੜ ਬਣਾਤਾ। ਉਹ ਇਸ ਤਾਕਤ ਨੂੰ ਵੇਖ ਕੇ ਰੱਬ ਨੂੰ ਗਾ ਰਿਹਾ ਵੀ ਰੱਬ ਬਹੁਤ ਮਹਾਨ ਹੈ, ਕਿਉਂਕਿ ਉਹਨੇ ਪੱਥਰ ਤੇ ਪਹਾੜ ਬਣਾਇਆ। ਹੁਣ ਇਹ ਗੁਰਮਤ ਨਹੀਂ ਹੈ। ਇੱਕ ਹੋਰ ਗੱਲ ਵੇਖੋ, ਇਹ ਗੁਰਮਤ ਨਹੀਂ ਹੈ। ਗੁਰਮਤ ਆਪਾਂ ਪਹਿਲਾਂ ਕਹਿ ਚੁੱਕੇ ਹਾਂ, ਜਿਹੜੀ ਪੌੜੀ ਚ ਅਖੀਰ ਤੇ ਗੱਲ, ਉਹ ਗੁਰਮਤ ਹੈ। ਇਹ ਹੈ ਸਮਾਜ ਦਾ ਨਜ਼ਰੀਆ, ਇਹ ਹੈ ਲੋਕਾਂ ਦਾ ਵੇਖਣ ਦਾ, ਅੰਨਿਆਂ ਦੇ ਵੇਖਣ ਦਾ ਢੰਗ। ਅੱਗੇ ਆ ਜਾਓ, ਕਹਿੰਦੇ ਗਾਵੇ ਕੋ ਦਾਤ ਜਾਣੇ ਨਿਸ਼ਾਨ। ਕੁਝ ਬੰਦੇ ਰੱਬ ਨੂੰ ਇਸ ਕਰਕੇ ਗਾਉਂਦੇ ਆ ਵੀ ਰੱਬ ਨੇ ਸੋਹਣਾ ਘਰ ਦਿੱਤਾ ਆ, ਰੱਬ ਨੇ ਕਾਰ ਦਿੱਤੀ ਹੈ, ਰੱਬ ਨੇ ਬੱਚੇ ਦਿੱਤੇ ਆ, ਰੱਬ ਨੇ ਪਤਨੀ ਦਿੱਤੀ ਹੈ, ਰੱਬ ਨੇ ਪਤੀ ਦਿੱਤਾ ਆ। ਏਦਾਂ ਰੱਬ ਨੂੰ ਗਾਉਂਦੇ ਆ ਵੀ ਮੇਰਾ ਘਰ ਕਿੰਨਾ ਸੋਹਣਾ ਹੈ, ਮੇਰੀ ਕਾਰ ਕਿੰਨੀ ਸੋਹਣੀ ਹੈ। ਉਹ ਇਹ ਸੋਚਦੇ ਆ ਵੀ ਸ਼ਾਇਦ ਤਾਂ ਹੀ ਕਾਰ ਨਵੀਂ ਲੈ ਕੇ ਤੇ ਉਹਦੇ ਉੱਤੇ ਲਿਖ ਦਿੰਦੇ ਆ ਇਹ ਪੇ ਦਾਤ ਤੇਰੀ ਦਾਤਾਰ, ਕਿਉਂਕਿ ਉਹਨਾਂ ਨੂੰ ਐ ਲੱਗਦਾ ਵੀ ਸ਼ਾਇਦ ਇਹੀ ਵੱਡੀ ਗੱਲ ਹੈ। ਸੋ ਵੇਖਣਾ ਇਹ ਗੁਰਮਤ ਨਹੀਂ ਹੈ। ਉਹਦੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਬੜੀ ਚੰਗੀ ਗੱਲ ਹੈ, ਪਰ ਅਖੀਰਲਾ ਸੱਚ ਇਹ ਮੰਨ ਲੈਣਾ ਵੀ ਸਿਰਫ ਉਹ ਦਾਤਾਂ ਦੇਣ ਵਾਲਾ ਵਾ, ਇਹ ਵੱਡੀ ਗੱਲ ਨਹੀਂ ਹੈ। ਇਹ ਵੱਡੀ ਗੱਲ ਨਹੀਂ ਹੈ। ਦਾਤਾ ਦੇਣ ਵਾਲਾ ਹੀ ਨਹੀਂ ਹੈ, ਉਹ ਦਾਤਾ ਦੇਣ ਵਾਲਾ ਵੀ ਹੈ। ਦਾਤਾ ਵੀ ਦਿੰਦਾ ਆ, ਪਰ ਉਹ ਦਾਤਾ ਦੇਣ ਵਾਲਾ ਹੀ ਨਹੀਂ ਹੈ। ਉਹ ਹੋਰ ਖੇਡਿਆ ਕੋਈ, ਉਹ ਵੱਡੀ ਗੱਲ ਹੈ, ਉਹ ਵੱਡਾ ਪੱਖ ਹੈ ਕੋਈ, ਜਿਹੜਾ ਉਹ ਹੈ ਮਾਲਕ ਹੈ, ਜਿਹੜਾ ਉਹ ਕੋਈ ਵੱਡਾ ਵਿਜ਼ਨ ਹੈ, ਉਹਦਾ ਕੋਈ ਵੱਡਾ ਸੰਕਲਪ ਹੈ, ਕੋਈ ਵੱਡੀ ਕਿਸੇ ਗਲੋਬਲ ਦੁਨੀਆ ਨਾਲ ਸੱਚੇ ਪਾਤਸ਼ਾਹ ਜੀ ਸਾਨੂੰ ਜੋੜਨ ਆਏ। ਉਹ ਦਾਤਾਂ ਦਿਵਾਉਣ ਨਹੀਂ ਆਏ ਵੀ ਤੁਸੀਂ ਦੁੱਧ ਲੈ ਲਓ, ਪੁੱਤ ਲੈ ਲਓ, ਤੁਹਾਨੂੰ ਇੱਥੋਂ ਇਹ ਮਿਲ ਜੂਗਾ, ਇੱਥੋਂ ਇਹ ਮਿਲ ਜੂਗਾ। ਕਿੰਨਾ ਜਿਵੇਂ ਆਮ ਮਾਰਕੀਟ ਵਿੱਚ ਜਿਵੇਂ ਦੁਕਾਨਾਂ ਨਹੀਂ ਹੁੰਦੀਆਂ ਵੀ ਇਸ ਥਾਂ ਤੋਂ ਆਹ ਚੀਜ਼ ਮਿਲਦੀ ਹੈ, ਇਸ ਥਾਂ ਤੋਂ ਆਹ ਮਿਲਦੀ ਹੈ, ਇੱਥੋਂ ਆਹ ਮਿਲਦੀ ਹੈ, ਇੱਥੋਂ ਆਹ ਮਿਲਦਾ। ਏਦਾਂ ਧਰਮ ਦੀ ਦੁਨੀਆ 'ਚ ਇੱਥੋਂ ਆਹ ਚੀਜ਼ ਲੈਣੀ ਹੈ ਇੱਥੇ ਚੱਲ ਜਾਓ, ਆਹ ਚੀਜ਼ ਲੈਣੀ ਹੈ ਇੱਥੇ ਚਲੇ ਜਾਓ। ਏਦਾਂ ਨਹੀਂ ਹੈ। ਹਾਂ, ਇਹ ਮੈਂ ਫਿਰ ਕਹਿ ਰਿਹਾ, ਮੇਰੀ ਗੱਲ ਨੂੰ ਧਿਆਨ ਨਾਲ ਸਮਝ ਲਿਓ ਸਾਰੇ। ਉਹ ਦਾਤਾਂ ਵੀ ਦਿੰਦਾ ਆ, ਪਰ ਉਹ ਦਾਤਾਂ ਹੀ ਨਹੀਂ ਦਿੰਦਾ, ਉਹ ਤੋਂ ਅੱਗੇ ਵੀ ਹੈ। ਜਿੱਧਰ ਅਸੀਂ, ਕਿਉਂਕਿ ਜਿਹਨੂੰ ਏਦਾਂ ਲੱਗਦਾ ਵਾ ਉਹ ਕਹਿੰਦਾ ਮਾਲਕ ਦਾ ਬੜਾ ਸ਼ੁਕਰ ਹੈ, ਗੁਰੂ ਸਾਹਿਬ ਜੀ ਨੇ ਸੋਹਣਾ ਘਰ ਦਿੱਤਾ ਹੈ, ਬਸ ਉਹ ਇਹਦੇ ਨਾਲ ਹੀ ਕਹਿੰਦਾ ਵੀ ਆ ਆ ਰੱਬ ਦੀ ਕਲਾ। ਨਹੀਂ, ਏਦਾਂ ਨਹੀਂ ਹੈ। ਗਾਵੇ ਕੋ ਗੁਣ ਵਡਿਆਈਆਂ ਚਾਰ। ਚਾਰ ਦਾ ਅਰਥ ਗਿਣਤੀਵਾਚਕ ਨਹੀਂ ਹੈ ਬਾਣੀ 'ਚ। ਚਾਰ ਦਾ ਅਰਥ ਜਿਹੜਾ ਵਾ ਉਹ ਸੁੰਦਰ ਹੈ। ਹੁਣ ਵੇਖੋ ਬਾਣੀ ਨੂੰ ਕਿੰਨੀ ਬਰੀਕੀ ਨਾਲ ਸਮਝਣਾ ਪਊਗਾ। ਚਾਰ ਮਤਲਬ 4 ਹੁੰਦਾ, 4 ਹੁੰਦੇ ਆ, ਪਰ ਗੁਰੂ ਗ੍ਰੰਥ ਸਾਹਿਬ 'ਚ ਚਾਰ ਦਾ ਅਰਥ
ਚਾਰ ਵੀ ਹੈਗਾ ਆ, ਚਾਰ ਦਾ ਅਰਥ ਚਾਰ ਵੀ ਹੈਗਾ ਆ, 4 ਵੀ ਹੈਗਾ ਆ, ਪਰ ਚਾਰ ਦਾ ਅਰਥ ਗੁਰਬਾਣੀ ਦੇ ਵਿੱਚ ਸੁੰਦਰ ਵੀ ਹੈ। ਗਾਵੇ ਕੋ, ਕੋਈ ਗਾਉਂਦਾ ਆ ਉਹਦੀਆਂ ਸੁੰਦਰ ਵਡਿਆਈਆਂ ਨੂੰ ਵੇਖ ਕੇ, ਜਿਹੜੀਆਂ ਜਿਹੜੀਆਂ ਉਹਨੂੰ ਸਮਝ ਆਉਂਦੀਆਂ, ਜਿਹੜੀ ਜਿਹੜੀ ਵਡਿਆਈ ਉਹਦੀ ਸਮਝ ਆਉਂਦੀ ਹੈ, ਉਸ ਵਡਿਆਈ ਨੂੰ ਵੇਖ ਕੇ ਕੋਈ ਉਹਨੂੰ ਗਾਉਂਦਾ ਹੈ। ਗੁਰੂ ਸਾਹਿਬ ਜੀ ਅੱਗੇ ਰਹਿਮਤ ਕਰਦੇ, ਕਹਿੰਦੇ ਗਾਵੇ ਕੋ ਵਿਦਿਆ ਵਿਖਮ ਵਿਚਾਰ, ਕੋਈ ਉਹਨੂੰ ਗਾਉਂਦਾ ਵਾ ਔਖੀ ਔਖੀ ਵਿਦਿਆ ਦੇ ਰਾਹੀਂ। ਕਹਿੰਦਾ ਉਹਨੂੰ ਗਾਉਣ ਵਾਸਤੇ ਤੁਹਾਨੂੰ ਆਹ ਚੀਜ਼ਾਂ ਬਹੁਤ ਜ਼ਰੂਰੀ ਚਾਹੀਦੀਆਂ ਨੇ, ਬੜੀਆਂ, ਜਿਵੇਂ ਤੁਹਾਨੂੰ ਇਸ ਭਾਸ਼ਾ ਦੀ ਜਾਣਕਾਰੀ, ਤੁਹਾਨੂੰ ਆਹ ਨੌਲੇਜ ਚਾਹੀਦੀ ਹੈ, ਤੁਹਾਨੂੰ ਇਸ ਚੀਜ਼ ਦਾ ਗਿਆਨ ਹੋਣਾ ਚਾਹੀਦਾ ਜੇ ਤੁਸੀਂ ਰੱਬ ਨੂੰ ਸਮਝਣਾ ਆ। ਜੇ ਆਹ ਨਾ ਹੋਇਆ, ਔਖੀਆਂ ਔਖੀਆਂ ਧਰਮ ਦੀ ਦੁਨੀਆ 'ਚ ਗੱਲਾਂ ਵੇਖੋ, ਜਿਹੜਾ ਆਮ ਬੰਦਾ ਧਰਮ ਦੇ ਲਾਗੇ ਹੀ ਨਾ ਆਵੇ, ਇੰਨਾ ਡਰਾ ਦਿਓ ਉਹਨਾਂ ਨੂੰ ਵੀ ਆਹ ਬੜਾ ਔਖਾ, ਆਹ ਬੜਾ ਔਖਾ, ਆਹ ਬੜਾ ਔਖਾ। ਕੋਈ ਏਦਾਂ ਗਾ ਰਿਹਾ, ਮੈਨੂੰ ਵੇਖੋ ਸਹਿਸਕ੍ਰਿਤੀ ਆਉਂਦੀ ਹੈ, ਤੁਹਾਨੂੰ ਨਹੀਂ ਆਉਂਦੀ, ਇਸ ਕਰਕੇ ਰੱਬ ਨੂੰ ਗਾਉਣ ਵਾਸਤੇ ਇਹ ਔਖੀ ਵਿਦਿਆ ਤੁਹਾਨੂੰ ਪੜ੍ਹਨੀ ਪੈਣੀ ਹੈ। ਅਗਲਾ ਕਹਿੰਦਾ ਮੈਨੂੰ ਨਹੀਂ ਆਏਗੀ ਔਖੀ ਵਿਦਿਆ, ਫਿਰ ਤੂੰ ਨਹੀਂ ਰੱਬ ਨੂੰ ਗਾ ਸਕਦਾ, ਫਿਰ ਮੈਂ ਕੀ ਕਰਾਂ? ਤੂੰ ਮੇਰੇ ਕੋਲ ਆ ਜਾ ਕਰ, ਬਸ ਮੇਰੀ ਸੇਵਾ ਕਰ ਜਾ ਕਰ, ਰੱਬ ਨੂੰ ਮੈਂ ਗਾ ਰਿਹਾ ਆ, ਤੇਰਾ ਇੰਨਾ ਹੀ ਫਰਜ਼ ਹੈ ਬਸ। ਫਿਰ ਕਿੰਨੀ ਦੁਨੀਆ ਰੱਬ ਦੇ ਏਜੰਟਾਂ ਦੀ ਗਾਂ ਸੇਵਾ ਕਰਨ ਵਾਲੀ ਪੈਦਾ ਹੋ ਗਈ, ਤੇ ਕਿੰਨੇ ਅਸੀਂ ਇਸ ਤਰ੍ਹਾਂ ਦੇ ਏਜੰਟ ਆਪੇ ਕੱਢ ਲਏ। ਸੋ ਕੋਈ ਬੰਦਾ ਉਹਨੂੰ ਇਸ ਤਰ੍ਹਾਂ ਨਾਲ ਗਾ ਰਿਹਾ ਵਾ ਵੀ ਉਹ ਔਖੀ ਭਾਸ਼ਾ ਨਾਲ, ਉਹ ਔਖੇ ਔਖੇ ਕੰਮਾਂ ਨਾਲ, ਉਹਦੇ 'ਚ ਔਖਾ ਔਖਾ ਕੰਮ ਵੇਖੋ। ਕਈ ਕਹਿੰਦੇ ਆ ਜਿਹੜਾ ਬੰਦਾ ਪੈਰ ਜੋੜਾ ਪਾ ਲੇ ਉਹਨੂੰ ਰੱਬ ਖੁਸ਼ ਨਹੀਂ ਹੁੰਦਾ, ਨੰਗੇ ਪੈਰੀ ਦਿਨ ਰਾਤ ਗਰਮੀ ਸਰਦੀ ਵਿੱਚ ਰਹਿਣਾ ਚਾਹੀਦਾ, ਰੱਬ ਖੁਸ਼ ਹੁੰਦਾ ਇਹਦੇ ਨਾਲ। ਔਖੇ ਕਰ ਲਿਆ ਨਾ ਸਰੀਰ। ਕਈ ਕਹਿੰਦੇ ਆ ਰੋਟੀ ਤਿਆਗ ਦੇ ਨਾ ਬੰਦਾ, ਰੋਟੀ ਨਾ ਖਾਵੇ, ਭੁੱਖਾ ਰਵੇ, ਫਿਰ ਰੱਬ ਬੜਾ ਖੁਸ਼ ਹੁੰਦਾ ਹੈ। ਰੱਬ ਦੇ ਨਾਂ ਤੇ ਔਖੀਆਂ ਔਖੀਆਂ ਗੱਲਾਂ ਘੜੀਆਂ ਗਈਆਂ। ਕੋਈ ਏਦਾਂ ਗਾ ਰਹੇ, ਗੁਰੂ ਸਾਹਿਬ ਜੀ ਕਹਿੰਦੇ ਇਹ ਵੀ ਤਰੀਕਾ ਠੀਕ ਨਹੀਂ ਹੈ। ਗਾਵੇ ਕੋ, ਕੋਈ ਗਾਉਂਦਾ ਆ ਉਹਨੂੰ ਵੀ ਵੇਖੋ ਸਾਜ ਕਰੇ ਤਨ ਖੇ, ਉਹ ਸਾਜਦਾ ਆ ਫਿਰ ਉਹ ਖੇ ਕਰ ਦਿੰਦਾ ਹੈ। ਕਿੱਡਾ ਮਹਾਨ ਗੁਣ ਹੈ, ਉਹ ਪੈਦਾ ਕਰਦਾ ਹੈ, ਉਹ ਨਾਸ਼ ਕਰ ਦਿੰਦਾ ਹੈ। ਇਹ ਵੀ ਉਹਦਾ ਗੁਣ ਹੈ, ਉਹ ਪੈਦਾ ਕਰਦਾ ਹੈ, ਉਹ ਨਾਸ਼, ਪਰ ਇੱਕੋ ਹੀ ਗੁਣ ਹੈ। ਸਮੁੱਚਾ ਰੱਬ ਨਹੀਂ ਬਿਆਨ ਹੋ ਰਿਹਾ ਇਹਦੇ ਨਾਲ। ਉਹ ਪੈਦਾ ਕਰਦਾ ਨਾਸ਼ ਕਰਦਾ, ਇਹੋ ਹੀ ਵੱਡੀ ਗੱਲ ਨਹੀਂ ਹੈ। ਪੈਦਾ ਕਰਦਾ ਨਾਸ਼ ਕਰਦਾ ਇਹ ਗੱਲ ਬਹੁਤ ਮਹਾਨ ਆ, ਪਰ ਉਹਦੇ ਤੋਂ ਵੀ ਵੱਡੀ ਗੱਲ ਹੈ ਵੀ ਰੱਬ ਹੈ, ਉਹਦਾ ਸੰਕਲਪ ਬਹੁਤ ਵੱਡਾ ਆ। ਉਹਨੇ ਸਮਾਜ ਨੂੰ ਖੂਬਸੂਰਤ ਵੀ ਬਣਾਉਣਾ ਆ, ਉਹਨੇ ਸਮਾਜ ਨੂੰ ਬੜੀ ਸੋਹਣੀ ਘਾੜਤ ਵੀ ਦੇਣੀ ਹੈ, ਉਹਨੇ ਸਚਿਆਰ ਹੋਣ ਦੀ ਗੱਲ ਵੀ ਕਰਨੀ ਹੈ, ਉਹਨੇ ਕੂੜ ਦੀ ਕੰਧ ਵੀ ਤੋੜਦਾ ਆ। ਉਹ ਹਾਂ ਸਾਜਦਾ ਵੀ ਹੈ ਤੇ ਨਾਸ਼ ਵੀ ਕਰਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਸੋ ਆਪਾਂ ਲਾਗੇ ਰਹੀਏ। ਗਾਵੇ ਕੋ ਜੀ ਲੈ ਫਿਰ ਦੇ, ਕੋਈ ਉਹਨੂੰ ਗਾਉਂਦਾ ਆ ਵੀ ਉਹ ਜੀ ਪੈਦਾ ਕਰਦਾ ਤੇ ਫਿਰ ਸਾਡੀ ਜਾਨ ਲੈ ਲੈਂਦਾ ਆ, ਸਾਨੂੰ ਜਾਨ ਦਿੰਦਾ ਤੇ ਸਾਡੀ ਜਾਨ ਲੈ ਲੈਂਦਾ। ਕੋਈ ਇਸ ਕਰਕੇ ਗਾ ਰਿਹਾ ਆ, ਇਸ ਕਰਕੇ ਉਹਦੀ ਸਿਫਤ ਸਲਾਹ ਕਰ ਰਿਹਾ ਹੈ। ਗਾਵੇ ਕੋ, ਕੋਈ ਗਾਉਂਦਾ ਆ ਜਾਪੈ ਦਿਸੈ ਦੂਰ, ਕੋਈ ਕਹਿੰਦਾ ਰੱਬ ਬਹੁਤ ਦੂਰ ਹੈ ਤੇ ਕੋਈ ਕਹਿੰਦਾ ਰੱਬ ਬਹੁਤ ਨੇੜੇ ਹੈ। ਕੋਈ ਨੇੜੇ ਕਹਿ ਕੇ ਗਾ ਰਿਹਾ, ਕੋਈ ਦੂਰ ਕਹਿ ਕੇ ਗਾ ਰਿਹਾ। ਪਰ ਇਹ ਡਿਸੀਜ਼ਨ ਗੁਰੂ ਸਾਹਿਬ ਨੇ ਬਾਣੀ 'ਚ ਨਾ ਬੜੀ ਪਿਆਰੀ ਪੰਕਤੀ ਵਰਤੀ ਹੈ ਭਗਤ ਨਾਮਦੇਵ ਜੀ, ਉਹਨਾਂ ਬੜੇ ਸਖਤ ਸ਼ਬਦਾਂ ਦੀ ਵਰਤੀ। ਗੁਰੂ ਸਾਹਿਬ ਜੀ ਕਹਿੰਦੇ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਕੋਈ ਕਹਿੰਦਾ ਰੱਬ ਨੇੜੇ ਹੈ ਤੇ ਕੋਈ ਕਹਿੰਦਾ ਰੱਬ ਦੂਰ ਹੈ। ਪਰ ਦੋਵਾਂ ਨੂੰ ਗੁਰੂ ਸਾਹਿਬ ਜੀ ਨੇੜੇ ਤੇ ਦੂਰ ਵਾਲਿਆਂ ਨੂੰ ਕਹਿੰਦੇ ਕਾਏ ਰੇ ਬਕਵਾਦ ਲਾਇਓ। ਕਿਉਂ ਬਕਵਾਸ? ਬਕਵਾਦ ਲਾਇਓ ਦਾ ਅਰਥ ਬਕਵਾਸ ਕਰਨਾ ਹੀ ਹੈ। ਕਹਿੰਦੇ ਕਾਹਤੋਂ ਬਕਵਾਸ ਕਰਦੇ ਉਹ ਖੇਡੀ ਹੋਏ। ਜਿਨ ਹਰ ਪਾਇਓ ਤਿਨੇ ਛਪਾਇਓ। ਹੁਣ ਵੇਖਿਓ ਤੁਹਾਡੇ ਧਿਆਨ 'ਚ ਆ ਗਿਆ ਹੋਣਾ, ਜਿਹੜੇ ਵੀਰ ਭੈਣਾਂ ਬਾਣੀ ਪੜ੍ਹਦੇ ਆ, ਭਗਤ ਨਾਮਦੇਵ ਜੀ ਦਾ ਸ਼ਬਦ ਹੈ। ਕਹਿੰਦੇ ਜਿਨ ਹਰ ਪਾਇਓ ਤਿਨੇ ਛਪਾਇਓ। ਜਿਹਨੇ ਹਰੀ ਪਾ ਲਿਆ ਉਹ ਲੁਕਾ ਲੈਂਦਾ, ਉਹ ਫਿਰ ਦੱਸਦਾ ਨਹੀਂ ਕਿਸੇ ਨੂੰ ਵੀ ਮੇਰੇ ਕੋਲ ਹਰੀ ਹੈ। ਅਜੀਬ ਗੱਲ ਹੈ।